मेरे बहुत ही प्यारे बच्चों, सत श्री अकाल। ਅੱਜ ਅਸੀਂ ਚੱਚੇ ਤੋਂ ਨਾਣੇ ਤੱਕ ਅੱਖਰਾਂ ਦੀ ਪਹਿਚਾਣ ਨੂੰ ਹੋਰ ਪੱਕਾ ਕਰਾਂਗੇ। ਇਹ ਕਿਹੜਾ ਅੱਖਰ ਲਿਖਿਆ ਹੈ? ञ। ਅਗਲਾ ਕਿਹੜਾ ਅੱਖਰ ਹੈ? ਜੱਜਾ। ਇਹਨੂੰ ਪਛਾਣੋ ਹੁਣ ਤੁਸੀਂ। ਝੱਜਾ। ਇਹ ਕਿਹੜਾ ਅੱਖਰ ਹੈ? ਚੱਚਾ। ਇਹ ਕਿਹੜਾ ਅੱਖਰ ਹੈ? ਛੱਛਾ। ਹੁਣ ਅਸੀਂ ਇਹਨੂੰ ਤਰਤੀਬ ਅਨੁਸਾਰ ਪੜ੍ਹਦੇ ਹਾਂ। ਤੁਸੀਂ ਸਾਰਿਆਂ ਨੇ ਮੇਰੇ ਨਾਲ ਪੜ੍ਹਨਾ ਹੈ। आओ फिर पढ़िए। चच्चा, छच्छा, जज्जा, चज्जा, यैया। दोबारा पढ़ते हैं एक बार। चच्चा, छच्छा, जज्जा, चज्जा, यैया। आओ हुण असीं इन्हां अखरां दी पछाण करिए। हाँ जी, ਇਹ ਕਿਹੜਾ ਅੱਖਰ ਹੈ? ਡੱਡਾ। ਸ਼ਾਬਾਸ਼। ਅਗਲੇ ਅੱਖਰ ਨੂੰ ਦੇਖੋ ਹੁਣ। ਇਹ ਕਿਹੜਾ ਅੱਖਰ ਹੈ? ਢੱਡਾ। ਸ਼ਾਬਾਸ਼। ਅਗਲੇ ਅੱਖਰ ਨੂੰ ਪਛਾਣੋ। ਇਹ ਕਿਹੜਾ ਅੱਖਰ ਹੈ? ਨਾਣਾ। ਤੇ ਅਗਲਾ ਕਿਹੜਾ ਅੱਖਰ ਹੈ? ਠੱਠਾ। ਇਹਨੂੰ ਕੋਸ਼ਿਸ਼ ਕਰੋ ਪਛਾਣਨ ਦੀ। ਇਹ ਕਿਹੜਾ ਅੱਖਰ ਹੈ? ਟੈਂਕਾ। ਹੁਣ ਅਸੀਂ ਇਹਨਾਂ ਅੱਖਰਾਂ ਨੂੰ ਤਰਤੀਬ ਅਨੁਸਾਰ ਪੜ੍ਹਦੇ ਹਾਂ। ਇਹ ਦੇਖੋ, ਟੈਂਕਾ, ਅੱਗੇ ਠੱਠਾ, ਤੇ ਹੁਣ ਕਿਹੜਾ ਅੱਖਰ ਹੈ? ਡੱਡਾ, ਤੇ ਫਿਰ ਢੱਡਾ, ਤੇ ਹੁਣ ਅੱਗੇ ਨਾਣਾ। ਸ਼ਾਬਾਸ਼। ਦੁਬਾਰਾ ਇਹਨਾਂ ਅੱਖਰਾਂ ਨੂੰ ਤਰਤੀਬ ਅਨੁਸਾਰ ਪੜ੍ਹੀਏ। ਤੁਸੀਂ ਮੇਰੇ ਨਾਲ ਬੋਲਣਾ ਹੈ। ਚੱਚਾ, ਛੱਛਾ, जज्जा, चज्जा, यैया। एक बार दोबारा। चच्चा, छच्छा, जज्जा, चज्जा, यैया। हुण अगली लाइन में पढ़दे आ। टैंका, ठट्ठा, डड्डा, ढड्डा, नाना। हाँ जी, दोबारा पढ़िए। टैंका, ठट्ठा, डड्डा, ਢੱਡਾ, ਨਾਣਾ। ਮੈਨੂੰ ਪੂਰੀ ਉਮੀਦ ਹੈ ਬੱਚਿਓ, ਤੁਹਾਨੂੰ ਚੱਚੇ ਤੋਂ ਨਾਣੇ ਤੱਕ ਦੀ ਪੂਰੀ ਪਛਾਣ ਹੋ ਗਈ ਹੋਏਗੀ। ਹੁਣ ਤੁਹਾਡਾ ਘਰ ਦਾ ਕੰਮ ਹੈ ਜੀ। ਸਫਾ ਨੰਬਰ 35 ਤੇ ਅੱਖਰ ਨੂੰ ਪਛਾਣੋ ਅਤੇ ਗੋਲਾ ਲਾਓ। ਇਹ ਕਰਨਾ ਹੈ। ਇਸ ਦੇ ਨਾਲ ਹੀ ਸਫਾ ਨੰਬਰ 58 ਤੇ ਜਿਵੇਂ ਤੁਸੀਂ ਹਾਹਾ ਅੱਖਰ ਲਿਖਣਾ ਸਿੱਖਿਆ ਸੀ, ਉਵੇਂ ਹੁਣ ਰਾਰਾ ਅੱਖਰ ਲਿਖਣਾ ਹੈ। ਜਮਾਤ ਪਹਿਲੀ ਦੇ ਪਿਆਰੇ ਬੱਚਿਓ, ਵਿਸ਼ਾ ਗਣਿਤ। ਬੱਚਿਓ, ਅਸੀਂ ਆਪਣੀ ਕਿਤਾਬ ਦੇ ਪੰਨਾ ਨੰਬਰ 29 ਤੇ ਦਿੱਤੇ ਹੋਏ ਵੱਡੇ ਅੰਕਾਂ ਨਾਲ ਸੰਬੰਧਿਤ ਸਵਾਲਾਂ ਨੂੰ ਹੱਲ ਕਰ ਚੁੱਕੇ ਹਾਂ। ਅੱਜ ਅਸੀਂ ਆਪਣੀ ਕਿਤਾਬ ਦੇ ਪੰਨਾ ਨੰਬਰ 29 ਤੇ ਦਿੱਤੇ ਹੋਏ ਛੋਟੇ ਅੰਕਾਂ ਨਾਲ ਸੰਬੰਧਿਤ ਸਵਾਲਾਂ ਨੂੰ ਹੱਲ ਕਰਾਂਗੇ। ਛੋਟੇ ਅੰਕ ਅਤੇ ਵੱਡੇ ਅੰਕ ਵਿੱਚ ਸਮਝ ਲਵੋ ਤੁਸੀਂ ਟੱਕਰ। ਛੋਟੇ ਅੰਕ ਨੂੰ ਲੱਭ ਕੇ ਲਗਾਓ ਉਸ ਤੇ ਚੱਕਰ। ਆਓ ਸ਼ੁਰੂ ਕਰਦੇ ਹਾਂ। ਦੇਖੋ, ਇਹ ਸੰਖਿਆ ਪੱਟੀ ਹੈ। ਇਸ ਤੇ 1 ਤੋਂ 9 ਤੱਕ ਸੰਖਿਆਵਾਂ ਲਿਖੀਆਂ ਹੋਈਆਂ ਹਨ। ਇਸ ਸੰਖਿਆ ਪੱਟੀ ਵਿੱਚ ਸਭ ਤੋਂ ਵੱਡਾ ਅੰਕ 9, 9 ਤੋਂ ਛੋਟਾ ਅੰਕ 8, 8 ਤੋਂ ਛੋਟਾ ਅੰਕ 7, 7 ਤੋਂ ਛੋਟਾ ਅੰਕ 6, 6 ਤੋਂ ਛੋਟਾ ਅੰਕ 5, 5 ਤੋਂ ਛੋਟਾ ਅੰਕ 4, 4 ਤੋਂ ਛੋਟਾ ਅੰਕ 3, 3 ਤੋਂ ਛੋਟਾ ਅੰਕ 2 ਅਤੇ 2 ਤੋਂ ਛੋਟਾ ਅੰਕ 1। ਬੱਚਿਓ, ਸਭ ਤੋਂ ਵੱਡਾ ਅੰਕ 9 ਹੈ ਅਤੇ ਸਭ ਤੋਂ ਛੋਟਾ ਅੰਕ 1 ਹੈ। ਹੁਣ ਇਸ ਆਧਾਰ ਤੇ ਅਸੀਂ ਸਵਾਲ ਹੱਲ ਕਰਦੇ ਹਾਂ। ਪਹਿਲੇ ਸਵਾਲ ਦੇ ਵਿੱਚ 2 ਅੰਕ ਦਿੱਤੇ ਹੋਏ ਹਨ, ਅੰਕ 3 ਅਤੇ ਅੰਕ 5। ਇਨ੍ਹਾਂ ਦੋਹਾਂ ਅੰਕਾਂ ਵਿੱਚੋਂ ਜਿਹੜਾ ਅੰਕ ਛੋਟਾ ਹੋਵੇਗਾ, ਅਸੀਂ ਉਸ ਤੇ ਚੱਕਰ ਲਗਾਉਣਾ ਹੈ। ਆਓ ਲੱਭੀਏ ਕਿ ਇਨ੍ਹਾਂ ਦੋਹਾਂ ਅੰਕਾਂ ਵਿੱਚੋਂ ਕਿਹੜਾ ਅੰਕ ਛੋਟਾ ਹੈ। ਸੰਖਿਆ ਪੱਟੀ ਤੇ ਦੇਖੋ, ਅੰਕ 5 ਤੋਂ ਛੋਟਾ ਅੰਕ 4, ਅੰਕ 4 ਤੋਂ ਛੋਟਾ ਅੰਕ 3। ਅੰਕ 3 ਅਤੇ ਅੰਕ 5 ਵਿੱਚੋਂ ਛੋਟਾ ਅੰਕ 3 ਹੈ। ਇਸ ਤੇ ਚੱਕਰ ਲਗਾਉਂਦੇ ਹਾਂ।
ਅਗਲੇ ਸਵਾਲ ਵਿੱਚ ਵੀ 2 ਅੰਕ ਦਿੱਤੇ ਹੋਏ ਹਨ। ਇਹ ਕਿਹੜੇ-ਕਿਹੜੇ ਅੰਕ ਹਨ? ਹਾਂਜੀ, ਅੰਕ 9 ਅਤੇ ਅੰਕ 2। ਸੰਖਿਆ ਪੱਟੀ ਤੇ ਦੇਖੋ ਬੱਚਿਓ, ਸਭ ਤੋਂ ਵੱਡਾ ਅੰਕ 9 ਹੈ। ਇਸ ਲਈ ਇਨ੍ਹਾਂ ਦੋਹਾਂ ਅੰਕਾਂ ਵਿੱਚੋਂ ਛੋਟਾ ਅੰਕ 2 ਹੈ। ਇਸ ਤੇ ਚੱਕਰ ਲਗਾਉਂਦੇ ਹਾਂ। ਹੁਣ ਤੁਸੀਂ ਦੱਸੋ, ਅੰਕ 7 ਅਤੇ ਅੰਕ 5 ਵਿੱਚੋਂ ਛੋਟਾ ਅੰਕ ਕਿਹੜਾ ਹੈ? ਆਓ ਸੰਖਿਆ ਪੱਟੀ ਵੱਲ ਜਾਂਦੇ ਹਾਂ। ਅੰਕ 7 ਤੋਂ ਛੋਟਾ ਅੰਕ 6, ਅੰਕ 6 ਤੋਂ ਛੋਟਾ ਅੰਕ 5। ਇਨ੍ਹਾਂ ਦੋਹਾਂ ਅੰਕਾਂ ਵਿੱਚੋਂ ਛੋਟਾ ਅੰਕ 5 ਹੈ। ਇਸ ਤੇ ਚੱਕਰ ਲਗਾਵਾਂਗੇ। ਅਗਲੇ ਸਵਾਲ ਵਿੱਚ ਵੀ 2 ਅੰਕ ਦਿੱਤੇ ਹੋਏ ਹਨ, ਅੰਕ 4 ਅਤੇ ਅੰਕ 6। ਦੱਸੋ, ਇਨ੍ਹਾਂ ਦੋਹਾਂ ਅੰਕਾਂ ਵਿੱਚੋਂ ਛੋਟਾ ਅੰਕ ਕਿਹੜਾ ਹੈ? ਅੰਕ 6 ਤੋਂ ਛੋਟਾ ਅੰਕ 5, ਅੰਕ 5 ਤੋਂ ਛੋਟਾ ਅੰਕ 4। ਕਿਹੜੇ ਅੰਕ ਤੇ ਚੱਕਰ ਲਗਾਵਾਂਗੇ? ਹਾਂਜੀ, ਅੰਕ 4 ਤੇ। ਅੰਕ 4 ਅਤੇ ਅੰਕ 6 ਵਿੱਚੋਂ ਛੋਟਾ ਅੰਕ 4 ਹੈ। ਅਗਲੇ ਸਵਾਲ ਵਿੱਚ ਅਸੀਂ ਲੱਭਣਾ ਹੈ ਅੰਕ 2 ਅਤੇ ਅੰਕ 7 ਵਿੱਚੋਂ ਛੋਟਾ ਅੰਕ ਕਿਹੜਾ ਹੈ? ਦੇਖੋ, ਅੰਕ 7 ਤੋਂ ਛੋਟਾ ਅੰਕ 6, ਅੰਕ 6 ਤੋਂ ਛੋਟਾ ਅੰਕ 5, ਅੰਕ 5 ਤੋਂ ਛੋਟਾ ਅੰਕ 4, ਅੰਕ 4 ਤੋਂ ਛੋਟਾ ਅੰਕ 3 ਅਤੇ ਅੰਕ 3 ਤੋਂ ਛੋਟਾ ਅੰਕ 2। ਇਨ੍ਹਾਂ ਦੋਹਾਂ ਅੰਕਾਂ ਵਿੱਚੋਂ ਛੋਟਾ ਅੰਕ 2 ਹੈ। ਇਸ ਤੇ ਚੱਕਰ ਲਗਾਉਂਦੇ ਹਾਂ। ਹਾਂਜੀ ਬੱਚਿਓ, ਹੁਣ ਤੁਸੀਂ ਵੀ ਆਪਣੇ ਘਰ ਆਪਣੀ ਕਿਤਾਬ ਦੇ ਪੰਨਾ ਨੰਬਰ 29 ਤੇ ਦਿੱਤੇ ਹੋਏ ਇਨ੍ਹਾਂ ਸਵਾਲਾਂ ਨੂੰ ਹੱਲ ਕਰਨਾ ਹੈ। ਤੁਸੀਂ ਸਭ ਤੋਂ ਛੋਟਾ ਅੰਕ ਲੱਭਣਾ ਹੈ ਅਤੇ ਉਸ ਤੇ ਚੱਕਰ ਲਗਾਉਣਾ ਹੈ। ਧੰਨਵਾਦ। Hello students, let's do the writing practice in our notebooks. Come with me. Let's write. Elephant. Standing line, sleeping line, sleeping line, sleeping line. Elephant. Standing line, sleeping line, sleeping line. F for fish. Curve, small sleeping line and standing line. Grapes. Standing line, sleeping line. Hut. Once again. Standing line, sleeping line, sleeping line, sleeping line. Elephant. Standing line, sleeping line, sleeping line. F for fish. Curve, small sleeping line and a standing line. Grapes. Standing line, sleeping line. Hut. Students, your homework is try to write these letters in your notebook. ਪਿਆਰੇ ਵਿਦਿਆਰਥੀਓ, ਅੱਜ ਆਪਾਂ ਦੁਲਾਵਾਂ ਮਾਤਰਾ ਵਾਲੇ ਵਾਕ ਪੜਾਂਗੇ। ਇਸ ਮਾਤਰਾ ਬਾਰੇ ਤੁਸੀਂ ਪਹਿਲਾਂ ਹੀ ਜਾਣਕਾਰੀ ਪ੍ਰਾਪਤ ਕਰ ਚੁੱਕੇ ਹੋ। ਇਸ ਮਾਤਰਾ ਵਿੱਚੋਂ ਐ ਦੀ ਆਵਾਜ਼ ਆਉਂਦੀ ਹੈ ਅਤੇ ਇਹ ਮਾਤਰਾ ਅੱਖਰ ਦੇ ਉੱਪਰ ਲੱਗਦੀ ਹੈ। ਵਾਕ ਪੜਨ ਤੋਂ ਪਹਿਲਾਂ ਆਪਾਂ ਕੁਝ ਸ਼ਬਦ ਪੜ੍ਹ ਕੇ ਇਸ ਮਾਤਰਾ ਦੀ ਦੁਹਰਾਈ ਕਰਾਂਗੇ। ਆਓ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਸ਼ਬਦ ਕੀ ਹੈ? ਪੈਸਾ। ਕੀ ਬਣ ਗਿਆ? ਪੈਸਾ। ਐਨਕ, ਐਨਕ। ਕੈਮਰਾ, ਕੈਮਰਾ। ਸਵੈਟਰ, ਸਵੈਟਰ।
ਹੁਣ ਆਪਾਂ ਵਾਕ ਪੜਾਂਗੇ। ਐਤਵਾਰ, ਐਤਵਾਰ। ਦਾ ਦਿਨ, ਦਿਨ ਸੀ, ਐਤਵਾਰ ਦਾ ਦਿਨ ਸੀ। ਅਗਲਾ ਵਾਕ ਇਹ, ਇਹ। ਸ਼ੈਲੀ, ਸ਼ੈਲੀ। ਦੀ ਐਨਕ, ਐਨਕ ਹੈ, ਇਹ ਸ਼ੈਲੀ ਦੀ ਐਨਕ ਹੈ। ਅਗਲਾ ਵਾਕ ਹੈਦਰ, ਹੈਦਰ। ਸ਼ੈਲੀ, ਸ਼ੈਲੀ। ਦਾ ਭਰਾ, ਭਰਾ ਹੈ, ਹੈਦਰ ਸ਼ੈਲੀ ਦਾ ਭਰਾ ਹੈ। ਜਰਨੈਲ, ਜਰਨੈਲ। ਟਰੈਕਟਰ, ਟਰੈਕਟਰ। ਚਲਾ, ਚਲਾ। ਰਿਹਾ, ਰਿਹਾ ਹੈ, ਜਰਨੈਲ ਟਰੈਕਟਰ ਚਲਾ ਰਿਹਾ ਹੈ। ਅਸੀਂ, ਅਸੀਂ। ਟੈਲੀਵਿਜ਼ਨ, ਟੈਲੀਵਿਜ਼ਨ। ਵੇਖ, ਵੇਖ। ਰਹੇ, ਰਹੇ ਸੀ, ਅਸੀਂ ਟੈਲੀਵਿਜ਼ਨ ਵੇਖ ਰਹੇ ਸੀ। ਅਗਲਾ ਵਾਕ ਨੇੜੇ, ਨੇੜੇ। ਹੀ ਟੀ ਊ ਬ ਵੈਲ, ਟਿਊਬਵੈਲ। ਚੱਲ, ਚੱਲ। ਰਿਹਾ, ਰਿਹਾ ਸੀ, ਨੇੜੇ ਹੀ ਟਿਊਬਵੈਲ ਚੱਲ ਰਿਹਾ ਸੀ। ਅਗਲਾ ਵਾਕ ਬੱਚੇ, ਬੱਚੇ। ਤੈਰ, ਤੈਰ। ਰਹੇ, ਰਹੇ ਸਨ, ਸਨ। ਬੱਚੇ ਤੈਰ ਰਹੇ ਸਨ। ਹਵਾ, ਹਵਾ। ਨਾਲ, ਨਾਲ। ਲਾਲ, ਲਾਲ। ਟੈਣ, ਟੈਣ। ਬੁਝ, ਬੁਝ। ਗਈ, ਗਈ। ਹਵਾ ਨਾਲ ਲਾਲਟੈਨ ਬੁਝ ਗਈ। ਬੱਚਿਓ ਸਤਿ ਸ਼੍ਰੀ ਅਕਾਲ। ਬੱਚਿਓ ਹੁਣ ਤੱਕ ਤੁਸੀਂ ਸੰਖਿਆਵਾਂ ਨੂੰ ਪੜ੍ਹਨਾ ਲਿਖਣਾ ਸਿੱਖ ਚੁੱਕੇ ਹੋ। ਤੁਸੀਂ ਸੰਖਿਆਵਾਂ ਵਿਚਲੇ ਅੰਕਾਂ ਦੇ ਇਕਾਈ ਅਤੇ ਦਹਾਈ ਦੇ ਸਥਾਨ ਬਾਰੇ ਮਾਨਕਾਰਡ ਅਤੇ ਕਰੰਸੀ ਨੋਟਾਂ ਨਾਲ ਪਤਾ ਕਰਨਾ ਸਿੱਖ ਲਿਆ ਹੈ। ਬੱਚਿਓ ਸੰਖਿਆ ਦੇ ਅੰਕਾਂ ਦਾ ਸਥਾਨਕ ਮੁੱਲ ਉਸ ਸੰਖਿਆ ਦੇ ਵਿੱਚ ਹੀ ਲੁਕਿਆ ਹੁੰਦਾ ਹੈ। ਆਓ ਅੱਜ ਆਪਾਂ ਇਸ ਬਾਰੇ ਜਾਣਦੇ ਹਾਂ। ਬੱਚਿਓ ਤੁਸੀਂ ਵੱਖ-ਵੱਖ ਵਸਤੂਆਂ ਦੇ ਮੁੱਲ ਨੂੰ ਪੜ੍ਹਨਾ ਸਿੱਖ ਚੁੱਕੇ ਹੋ। ਮੇਰੇ ਕੋਲ ਇੱਕ ਪੈਕਟ ਹੈ ਜਿਸ ਦਾ ਮੁੱਲ 23 ਰੁਪਏ ਹੈ। ਪੈਕਟ ਦਾ ਮੁੱਲ ਹੈ 23 ਰੁਪਏ। ਆਓ ਆਪਾਂ 23 ਰੁਪਏ ਨੂੰ ਕਰੰਸੀ ਨੋਟਾਂ ਨਾਲ ਗਿਣਦੇ ਹਾਂ। 10, 20, 21, 22, 23। ਬੱਚਿਓ ਅਸੀਂ ਜਾਣਦੇ ਹਾਂ ਕਿ ਇਕਾਈ ਦੇ ਸਥਾਨ ਲਈ 1 ਰੁਪਏ ਦੇ ਨੋਟਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਦਹਾਈ ਦੇ ਸਥਾਨ ਲਈ 10 ਰੁਪਏ ਦੇ ਨੋਟਾਂ ਦੀ ਵਰਤੋਂ ਕੀਤੀ ਜਾਂਦੀ ਹੈ। ਬੱਚਿਓ ਹੁਣ ਅਸੀਂ ਸੰਖਿਆ 23 ਦੇ ਵਿੱਚ ਇਹ ਪਤਾ ਕਰਾਂਗੇ ਇਕਾਈ ਦੇ ਸਥਾਨ ਦੇ ਉੱਪਰ ਕਿਹੜਾ ਅੰਕ ਆਏਗਾ ਅਤੇ ਦਹਾਈ ਦੇ ਸਥਾਨ ਦੇ ਉੱਪਰ ਕਿਹੜਾ ਅੰਕ ਆਏਗਾ। ਇਕਾਈ ਦੇ ਸਥਾਨ ਦੇ ਉੱਪਰ 1 ਰੁਪਏ ਦੇ ਨੋਟ ਹਨ। ਅਸੀਂ ਇਹਨਾਂ ਨੋਟਾਂ ਨੂੰ ਗਿਣਾਂਗੇ। 1 2 3। 1 ਰੁਪਏ ਦੇ 3 ਨੋਟ ਹਨ, ਇਸ ਲਈ ਇਕਾਈ ਦੇ ਸਥਾਨ ਦੇ ਉੱਪਰ ਅੰਕ 3 ਆਵੇਗਾ। ਹੁਣ ਅਸੀਂ ਦਹਾਈ ਦੇ ਸਥਾਨ ਉੱਪਰ ਅੰਕ ਪਤਾ ਕਰਨ ਲਈ 10 ਰੁਪਏ ਦੇ ਨੋਟਾਂ ਨੂੰ ਗਿਣਾਂਗੇ। 1 2। 10 ਰੁਪਏ ਦੇ 2 ਨੋਟ ਹਨ, ਇਸ ਲਈ ਦਹਾਈ ਦੇ ਸਥਾਨ ਉੱਪਰ ਅੰਕ 2 ਆਵੇਗਾ। ਤਾਂ ਬੱਚਿਓ ਸੰਖਿਆ 23 ਦੇ ਵਿੱਚ ਇਕਾਈ ਦੇ ਸਥਾਨ ਦੇ ਉੱਪਰ ਅੰਕ 3 ਹੈ ਅਤੇ ਦਹਾਈ ਦੇ ਸਥਾਨ ਦੇ ਉੱਪਰ ਅੰਕ 2 ਹੈ। ਹੁਣ ਅਸੀਂ ਇਹਨਾਂ ਅੰਕਾਂ ਦਾ ਸਥਾਨਕ ਮੁੱਲ ਪਤਾ ਕਰਾਂਗੇ। ਸਾਡੇ ਕੋਲ ਇਕਾਈ ਦੇ ਸਥਾਨ ਦੇ ਉੱਪਰ ਅੰਕ 3 ਹੈ। 3 ਦੇ ਲਈ 1 ਰੁਪਏ ਦੇ ਨੋਟਾਂ ਦਾ ਮੁੱਲ ਪਤਾ ਕਰਾਂਗੇ। 1 ਰੁਪਇਆ, 2 ਰੁਪਏ, 3 ਰੁਪਏ। ਤਾਂ 1 ਰੁਪਏ ਦੇ ਇਹਨਾਂ ਨੋਟਾਂ ਦਾ ਮੁੱਲ ਹੋ ਗਿਆ 3 ਰੁਪਏ। ਇਸ ਲਈ
ਇਕਾਈ ਦੇ ਅੰਕ 3 ਦਾ ਸਥਾਨਕ ਮੁੱਲ ਹੈ 3। ਹੁਣ ਅਸੀਂ ਦਹਾਈ ਦੇ ਅੰਕ 2 ਦਾ ਸਥਾਨਕ ਮੁੱਲ ਪਤਾ ਕਰਾਂਗੇ। ਇਸ ਦੇ ਲਈ ਅਸੀਂ 10 ਦੇ ਨੋਟਾਂ ਦਾ ਮੁੱਲ ਪਤਾ ਕਰਾਂਗੇ। 10 ਰੁਪਏ, 20 ਰੁਪਏ। ਇਸ ਤਰ੍ਹਾਂ ਬੱਚਿਓ ਦਹਾਈ ਦੇ ਅੰਕ 2 ਦਾ ਸਥਾਨਕ ਮੁੱਲ ਹੋ ਗਿਆ 20। ਆਓ ਹੁਣ ਅਸੀਂ ਸੰਖਿਆ 23 ਨੂੰ ਮਾਨ ਕਾਰਡ ਨਾਲ ਦੇਖਦੇ ਹਾਂ। ਤਾਂ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਮਾਨ ਕਾਰਡ ਨੂੰ ਖੋਲ ਦਿੰਦੇ ਹਾਂ ਤਾਂ ਸਾਡੇ ਕੋਲ ਬਣ ਜਾਂਦਾ ਹੈ 23। ਤੇ ਜਦੋਂ ਅਸੀਂ ਇਸ ਨੂੰ ਮਿਲਾ ਦਿੰਦੇ ਹਾਂ ਤਾਂ ਇਹ ਇੱਕ ਸੰਖਿਆ ਬਣ ਜਾਂਦੀ ਹੈ 23। ਤਾਂ ਅਸੀਂ ਦੇਖਾਂਗੇ ਕਿ ਮਾਨ ਕਾਰਡ ਦੇ ਵਿੱਚ ਇਕਾਈ ਦੇ ਅੰਕ 3 ਦਾ ਸਥਾਨਕ ਮੁੱਲ ਹੈ 3। ਇਸੇ ਤਰ੍ਹਾਂ ਦਹਾਈ ਦੇ ਅੰਕ 2 ਦਾ ਸਥਾਨਕ ਮੁੱਲ ਹੈ 20। ਇਸ ਤਰ੍ਹਾਂ ਬੱਚਿਓ ਕਿਸੇ ਸੰਖਿਆ ਦੇ ਅੰਕਾਂ ਦਾ ਸਥਾਨਕ ਮੁੱਲ ਉਸ ਸੰਖਿਆ ਦੇ ਵਿੱਚ ਹੀ ਲੁਕਿਆ ਹੁੰਦਾ ਹੈ। ਬੱਚਿਓ ਤੁਹਾਡੇ ਕੋਲ ਘਰ ਵਿੱਚ ਵੱਖ-ਵੱਖ ਵਸਤੂਆਂ ਮੌਜੂਦ ਹਨ ਜਿਨ੍ਹਾਂ ਦਾ ਤੁਸੀਂ ਮੁੱਲ ਪੜ੍ਹਨਾ ਹੈ ਅਤੇ ਉਸ ਮੁੱਲ ਦੇ ਅੰਕਾਂ ਦਾ ਸਥਾਨਕ ਮੁੱਲ ਪਤਾ ਕਰਨਾ ਹੈ। Hello children, let's learn English. Vowel sound A. Today we will make words with pattern An. B An ban. K An can. F An fan. M An man. P An pan. V An van. T An tan. Let's read again. B An ban. K An can. F An fan. M An man. P An pan. V An van. T An tan. Let's practice again. Ban can. Fan man. Pan ran. Van tan. Now let's write these words. Ban. Ban.
can, can, fan, fan, man, man, pen, pen, ran, ran, van, van, tan, tan. Now you have to write these words in your notebook. Keep learning. जमात तीजी विशा पंजाबी पाठ नंबर 4 दीपू ने छुट्टी लई। प्यारे बच्चों असीं ये पाठ पढ़ चुके हाँ। अज असीं इस पाठ विच आए कुछ औखे शब्दां दे अर्थ जाणांगे, भाव शब्द अर्थ करांगे। प्यारे बच्चों तुसीं अपणियां कापियां ਅਤੇ ਪੈਨ ਜਾਂ ਪੈਨਸਲਾਂ ਆਪਣੇ ਕੋਲ ਹੀ ਰੱਖਣੀਆਂ ਹਨ ਅਤੇ ਸੁੰਦਰ ਲਿਖਾਈ ਦੇ ਵਿੱਚ ਇਹਨਾਂ ਸ਼ਬਦਾਂ ਅਤੇ ਉਹਨਾਂ ਦੇ ਅਰਥਾਂ ਨੂੰ ਆਪਣੀ ਕਾਪੀ ਉੱਤੇ ਨੋਟ ਕਰਦੇ ਜਾਣਾ ਹੈ। ਸਾਡਾ ਪਹਿਲਾ ਸ਼ਬਦ ਹੈ ਹਾਣ। ਸੋ ਪਿਆਰੇ ਬੱਚਿਓ ਹਾਣ ਸ਼ਬਦ ਦਾ ਅਰਥ ਹੈ ਇੱਕੋ ਜਿੰਨੀ ਉਮਰ। ਤੁਹਾਡੀ ਜਮਾਤ ਵਿੱਚ ਜਿੰਨੇ ਵੀ ਬੱਚੇ ਪੜ੍ਹਦੇ ਹਨ ਉਹਨਾਂ ਦੀ ਉਮਰ ਲਗਭਗ ਤੁਹਾਡੇ ਬਰਾਬਰ ਹੈ। ਸੋ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੀ ਜਮਾਤ ਵਿੱਚ ਪੜ੍ਹਨ ਵਾਲੇ ਸਾਰੇ ਬੱਚੇ ਤੁਹਾਡੇ ਹਾਣ ਦੇ ਹਨ। ਸੋ ਹਾਣ ਭਾਵ ਇੱਕੋ ਜਿੰਨੀ ਉਮਰ। ਜੀ ਪਿਆਰੇ ਬੱਚਿਓ ਜੀ ਸ਼ਬਦ ਦਾ ਅਰਥ ਹੈ ਦਿਲ। ਅਸੀਂ ਇਸ ਕਹਾਣੀ ਵਿੱਚ ਪੜ੍ਹਿਆ ਹੈ ਕਿ ਦੀਪੂ ਦਾ ਜੀ ਕਰਦਾ ਸੀ ਕਿ ਉਹ ਖੇਡਦਾ ਰਹੇ, ਬਸ ਖੇਡਦਾ ਹੀ ਰਹੇ, ਭਾਵ ਉਸ ਦਾ ਦਿਲ ਸਿਰਫ ਖੇਡਣ ਨੂੰ ਕਰਦਾ ਸੀ। ਸੋ ਜੀ ਸ਼ਬਦ ਦਾ ਅਰਥ ਹੈ ਦਿਲ। ਰਖਵਾਲੀ। ਰਖਵਾਲੀ ਸ਼ਬਦ ਦਾ ਅਰਥ ਹੈ ਰਾਖੀ। ਕਹਾਣੀ ਵਿੱਚ ਜਦੋਂ ਦੀਪੂ ਮੋਤੀ ਨੂੰ ਆਪਣੇ ਨਾਲ ਖੇਡਣ ਲਈ ਕਹਿੰਦਾ ਹੈ ਤਾਂ ਮੋਤੀ ਜਵਾਬ ਦਿੰਦਾ ਹੈ ਕਿ ਮੇਰੇ ਕੋਲ ਸਮਾਂ ਨਹੀਂ, ਮੈਂ ਤਾਂ ਆਪਣੇ ਮਾਲਕ ਦੇ ਘਰ ਦੀ ਰਖਵਾਲੀ ਕਰਨੀ ਹੈ। ਸੋ ਰਖਵਾਲੀ ਤੋਂ ਭਾਵ ਹੈ ਰਾਖੀ। ਬਾਰਿਸ਼। ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਸ ਦਾ ਅਰਥ ਪਤਾ ਹੈ। ਸੋ ਬਾਰਿਸ਼ ਸ਼ਬਦ ਦਾ ਅਰਥ ਹੈ ਮੀਂਹ। ਤੁਹਾਡੇ ਵਿੱਚੋਂ ਜ਼ਿਆਦਾਤਰ ਬੱਚੇ ਮੀਂਹ ਵਿੱਚ ਨਹਾਉਣਾ ਪਸੰਦ ਕਰਦੇ ਹੋਣਗੇ। ਸੋ ਬਾਰਿਸ਼ ਭਾਵ ਮੀਂਹ।
ਮੰਡਰਾਉਣਾ। ਮੰਡਰਾਉਣਾ ਸ਼ਬਦ ਦਾ ਅਰਥ ਹੈ ਆਲੇ ਦੁਆਲੇ ਘੁੰਮਣਾ। ਪਿਆਰੇ ਬੱਚਿਓ, ਤੁਸੀਂ ਤਿਤਲੀਆਂ ਅਤੇ ਮਧੂਮੱਖੀਆਂ ਨੂੰ ਫੁੱਲਾਂ ਦੇ ਆਲੇ ਦੁਆਲੇ ਘੁੰਮਦੇ ਹੋਏ ਵੇਖਿਆ ਹੋਵੇਗਾ। ਇਸੇ ਨੂੰ ਮੰਡਰਾਉਣਾ ਕਿਹਾ ਜਾਂਦਾ ਹੈ। ਸੋ ਮੰਡਰਾਉਣਾ ਭਾਵ ਆਲੇ ਦੁਆਲੇ ਘੁੰਮਣਾ। ਵੇਲ। ਵੇਲ ਸ਼ਬਦ ਦਾ ਅਰਥ ਹੈ ਵਾਧੂ ਸਮਾਂ। ਪਿਆਰੇ ਬੱਚਿਓ, ਜਦੋਂ ਅਸੀਂ ਆਪਣੇ ਸਾਰੇ ਜ਼ਰੂਰੀ ਕੰਮ ਖਤਮ ਕਰ ਲੈਂਦੇ ਹਾਂ ਤਾਂ ਸਾਡੇ ਕੋਲ ਜੋ ਸਮਾਂ ਬਚਦਾ ਹੈ ਉਸ ਨੂੰ ਵੇਲ ਜਾਂ ਵਾਧੂ ਸਮਾਂ ਕਿਹਾ ਜਾਂਦਾ ਹੈ। ਜ਼ਿੱਦ। ਜ਼ਿੱਦ ਸ਼ਬਦ ਦਾ ਅਰਥ ਹੈ ਅੜੀ। ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਦੀਪੂ ਆਪਣੀ ਮੰਮੀ ਕੋਲ ਜ਼ਿੱਦ ਕਰਦਾ ਹੈ ਕਿ ਉਸ ਨੂੰ ਸਕੂਲ ਤੋਂ ਛੁੱਟੀ ਲੈ ਕੇ ਦਿੱਤੀ ਜਾਵੇ। ਤਰਲਾ। ਪਿਆਰੇ ਬੱਚਿਓ, ਤਰਲਾ ਸ਼ਬਦ ਦਾ ਅਰਥ ਹੈ ਮਿੰਨਤ। ਕਹਾਣੀ ਵਿੱਚ ਅਸੀਂ ਪੜ੍ਹਿਆ ਕਿ ਦੀਪੂ ਨੇ ਕੀੜੀਆਂ, ਚਿੜੀਆਂ, ਮੋਤੀ ਅਤੇ ਮਧੂਮੱਖੀਆਂ ਦਾ ਤਰਲਾ ਕੀਤਾ, ਉਹਨਾਂ ਦੀ ਮਿੰਨਤ ਕੀਤੀ ਤਾਂ ਜੋ ਉਹ ਦੀਪੂ ਨਾਲ ਖੇਡਣ ਲਈ ਤਿਆਰ ਹੋ ਸਕਣ। ਪਿਆਰੇ ਬੱਚਿਓ, ਇਹ ਸਨ ਕੁਝ ਔਖੇ ਸ਼ਬਦ ਜਿਨ੍ਹਾਂ ਦੇ ਅਰਥ ਤੁਸੀਂ ਆਪਣੀ ਕਾਪੀ ਉੱਤੇ ਨੋਟ ਕਰ ਲਏ ਹੋਣਗੇ। ਅਗਰ ਤੁਹਾਨੂੰ ਪਾਠ ਪੜ੍ਹਦੇ ਹੋਏ ਕੁਝ ਹੋਰ ਸ਼ਬਦ ਵੀ ਔਖੇ ਲੱਗੇ ਹੋਣ ਜਾਂ ਜਿਨ੍ਹਾਂ ਦੇ ਅਰਥ ਤੁਹਾਨੂੰ ਪਤਾ ਨਾ ਲੱਗੇ ਹੋਣ, ਤੁਸੀਂ ਉਹਨਾਂ ਸ਼ਬਦਾਂ ਨੂੰ ਵੀ ਆਪਣੀ ਕਾਪੀ ਉੱਤੇ ਨੋਟ ਕਰਨਾ ਹੈ ਅਤੇ ਆਪਣੇ ਅਧਿਆਪਕ, ਮਾਤਾ ਪਿਤਾ ਜਾਂ ਫਿਰ ਵੱਡੇ ਭੈਣ ਭਰਾ ਦੀ ਸਹਾਇਤਾ ਨਾਲ ਉਹਨਾਂ ਦੇ ਅਰਥ ਲਿਖਣੇ ਹਨ। ਧੰਨਵਾਦ। ਜਮਾਤੀ ਜੀ, ਵਿਸ਼ਾ ਗਣਿਤ ਵਿੱਚ ਅੱਜ ਆਪਾਂ 3 ਅੰਕੀ ਸੰਖਿਆਵਾਂ ਦੀ ਤੁਲਨਾ ਸਿੱਖਾਂਗੇ। ਦੇਖੋ ਬੱਚਿਓ, ਇੱਥੇ ਦੋ ਪਰਸ ਹਨ। ਇੱਕ ਦੀ ਕੀਮਤ 98 ਰੁਪਏ, ਦੂਜੇ ਦੀ 106 ਰੁਪਏ ਹੈ। ਆਓ ਕਰੰਸੀ ਨੋਟਾਂ ਦੀ ਮਦਦ ਨਾਲ ਤੁਲਨਾ ਕਰੀਏ। ਇਸ ਪਾਸੇ 1 2 3 4 5 6 7 8 ਰੁਪਏ ਅਤੇ 10 20 30 40 50 60 70 80 ਅਤੇ 90 ਰੁਪਏ ਹਨ। 90 8 98 ਰੁਪਏ। ਇਸ ਪਾਸੇ 1 2 3 4 5 6 ਰੁਪਏ ਅਤੇ ਇੱਕ ਨੋਟ 100 ਦਾ ਭਾਵ 1 ਸੈਂਕੜਾ ਹੈ। ਇਸ ਪਾਸੇ 100 ਦਾ ਇੱਕ ਵੀ ਨੋਟ ਨਹੀਂ। ਇਸ ਲਈ 98 ਨਾਲੋਂ 106 ਵੱਡੀ ਸੰਖਿਆ ਹੈ। 3 ਅੰਕੀ ਸੰਖਿਆ 2 ਅੰਕੀ ਸੰਖਿਆ ਨਾਲੋਂ ਹਮੇਸ਼ਾ ਵੱਡੀ ਹੁੰਦੀ ਹੈ। ਵੱਡੀ ਸੰਖਿਆ ਵੱਲ ਚਿੰਨ੍ਹ ਦਾ ਮੂੰਹ ਖੁੱਲਾ ਅਤੇ ਛੋਟੇ ਪਾਸੇ ਚਿੰਨ੍ਹ ਦਾ ਮੂੰਹ ਬੰਦ ਹੁੰਦਾ ਹੈ। ਅਗਲੀ ਸੰਖਿਆ 383 ਵਿੱਚ 3 ਇਕਾਈਆਂ 10 20 30 40 50 60 70 80 ਰੁਪਏ ਭਾਵ 8 ਦਹਾਈਆਂ ਅਤੇ 100 200 300 ਰੁਪਏ 3 ਸੈਂਕੜੇ ਹਨ। ਸੰਖਿਆ 421 ਵਿੱਚ 1 ਇਕਾਈ 2 ਦਹਾਈਆਂ ਅਤੇ 100 200 300 400 ਰੁਪਏ ਭਾਵ 4 ਸੈਂਕੜੇ ਹਨ। ਪਿਆਰੇ ਬੱਚਿਓ, ਕਿਸ ਪਾਸੇ 100 ਦੇ ਜ਼ਿਆਦਾ ਨੋਟ ਹਨ? ਵੈਰੀ ਗੁੱਡ। ਇਸ ਪਾਸੇ 100 ਦੇ 4 ਨੋਟ ਹਨ। ਇਸ ਲਈ 383 ਨਾਲੋਂ 421 ਵੱਡੀ ਸੰਖਿਆ ਹੈ। ਸੰਖਿਆਵਾਂ 575 ਅਤੇ 515 ਵਿੱਚ ਦੋਹੇ ਪਾਸੇ 100 ਦੇ 5 ਨੋਟ ਹਨ, ਭਾਵ ਸੈਂਕੜੇ ਜਿਹੜੇ ਹਨ ਉਹ ਬਰਾਬਰ ਹਨ। ਸੈਂਕੜੇ ਜਦੋਂ ਬਰਾਬਰ ਪਾਏ, ਦੇਖੋ ਫਿਰ ਅੰਕ ਦਹਾਈ 10 20 30 40 50 60 70 ਰੁਪਏ ਭਾਵ 7 ਦਹਾਈਆਂ ਅਤੇ ਇਸ ਪਾਸੇ ਕੇਵਲ 1 ਦਹਾਈ ਹੈ। ਵੱਧ ਨੋਟ ਸਾਡੇ ਕੋਲ ਇਸ ਸਾਈਡ ਹਨ। ਇਸ ਲਈ 575 515 ਨਾਲੋਂ ਵੱਡੀ ਸੰਖਿਆ ਹੈ। ਅਗਲੀਆਂ ਸੰਖਿਆਵਾਂ 352 ਅਤੇ 354 ਵਿੱਚ ਦੋਹੇ ਪਾਸੇ 100 ਦੇ 3 ਨੋਟ ਹਨ ਅਤੇ ਦੋਨੇ ਪਾਸੇ ਦਹਾਈਆਂ ਵੀ ਬਰਾਬਰ ਭਾਵ 5 ਦਹਾਈਆਂ ਹਨ। ਇਸ ਪਾਸੇ 1 2 ਇਕਾਈਆਂ, ਦੂਜੇ ਪਾਸੇ 1 2 3 4 ਇਕਾਈਆਂ ਹਨ। ਜਿਸ ਪਾਸੇ ਇਕਾਈਆਂ ਵੱਧ ਹਨ ਭਾਵ 354 352 ਨਾਲੋਂ ਵੱਡੀ ਸੰਖਿਆ ਹੈ।
ਬੱਚਿਓ ਅਗਲੀਆਂ ਸੰਖਿਆਵਾਂ ਵਿੱਚ ਸੈਂਕੜੇ ਦੇ ਸਥਾਨ ਤੇ ਦੋਹੇ ਪਾਸੇ 100 ਦੇ 3 ਨੋਟ ਪਏ ਹਨ ਅਤੇ ਦਹਾਈ ਦੇ ਸਥਾਨ ਤੇ ਕੋਈ ਵੀ ਕਰੰਸੀ ਨਹੀਂ ਹੈ। ਇਸ ਪਾਸੇ 7 ਇਕਾਈਆਂ ਅਤੇ ਦੂਜੇ ਪਾਸੇ ਵੀ 1 2 3 4 5 6 7 ਇਕਾਈਆਂ ਪਈਆਂ ਹਨ। ਇਹਨਾਂ ਦੋਨਾਂ ਸੰਖਿਆਵਾਂ ਵਿੱਚੋਂ ਨਾ ਹੀ ਕੋਈ ਸੰਖਿਆ ਵੱਡੀ ਹੈ ਤੇ ਨਾ ਹੀ ਕੋਈ ਦੂਜੀ ਨਾਲੋਂ ਛੋਟੀ ਹੈ। ਅਜਿਹੀਆਂ ਸੰਖਿਆਵਾਂ ਨੂੰ ਬਰਾਬਰ ਕਹਿੰਦੇ ਹਨ। ਪਿਆਰੇ ਬੱਚਿਓ, ਹੁਣ ਆਪਾਂ ਪੰਨਾ ਨੰਬਰ 28 ਦਾ ਪਹਿਲਾ ਸਵਾਲ ਖਾਲੀ ਖਾਨਿਆਂ ਵਿੱਚ ਛੋਟਾ, ਵੱਡਾ ਜਾਂ ਬਰਾਬਰ ਦਾ ਚਿੰਨ੍ਹ ਭਰੋ ਹੱਲ ਕਰਦੇ ਹਾਂ। ਇਸ ਦਾ ਫਸਟ ਪਾਰਟ ਮੈਂ ਤੁਹਾਨੂੰ ਕਰਕੇ ਦਿਖਾ ਰਹੀ ਹਾਂ। 125 ਅਤੇ 115 ਵਿੱਚ ਦੋਨੇ ਪਾਸੇ ਸੈਂਕੜੇ ਦੇ ਸਥਾਨ ਤੇ ਬਰਾਬਰ ਦਾ ਅੰਕ ਪਿਆ ਹੈ ਅਤੇ ਦਹਾਈ ਦੇ ਸਥਾਨ ਤੇ ਇਸ ਪਾਸੇ 2 ਅਤੇ ਦੂਜੇ ਪਾਸੇ 1 ਹੈ। 2 1 ਨਾਲੋਂ ਵੱਡੀ ਸੰਖਿਆ ਹੈ, ਇਸ ਲਈ ਸਾਡੇ ਕੋਲ 125 115 ਨਾਲੋਂ ਵੱਡੀ ਸੰਖਿਆ ਹੈ। ਬੱਚਿਓ, ਇਹ ਬਾਕੀ ਦੇ ਸਵਾਲ ਘਰ ਦੇ ਕੰਮ ਵਿੱਚ ਤੁਸੀਂ ਆਪ ਕਰਨੇ ਹਨ। ਇਸੇ ਤਰ੍ਹਾਂ ਦੂਜੇ ਸਵਾਲ ਵਿੱਚ ਬੱਚਿਓ ਤੁਸੀਂ ਛੋਟੀ ਸੰਖਿਆ ਨੂੰ ਛੋਟੀ ਮੱਛੀ ਵਿੱਚ ਅਤੇ ਵੱਡੀ ਸੰਖਿਆ ਨੂੰ ਵੱਡੀ ਮੱਛੀ ਦੇ ਵਿੱਚ ਲਿਖਣਾ ਹੈ। ਧੰਨਵਾਦ। Hello children, today my topic for class 3 is lesson number 2, a visit to a park. Dear students, today we are going to learn some new words from the chapter. Let's start. Our first word Today is we will park. discuss about the picture walk. P-A-R-K, park. Park means a large public garden. Kids enjoy going to park? Yes. Park, a large public garden. Next word is today. T-O-D-A-Y, today. Today means this present day. As today is Tuesday, then yesterday was Monday, and tomorrow will be Wednesday. So, today means this present day. Next word is holiday. H-O-L-I-D-A-Y, holiday. Holiday is a period during which we rest or do things that we like to do. Kids enjoy holidays? Yes, school holidays. Next word is bright. B-R-I-G-H-T, bright. Bright means shining. The sun is shining. Bright. Next word is swing. Swing. S-W-I-N-G, swing. Swing. Here in the picture, a boy is enjoying the swing. Next word is bicycle. B-I-C-Y-C-L-E, bicycle. A vehicle having 2 wheels and paddle is called bicycle. Bicycle. Next word is middle. M-I-D-D-L-E, middle. Middle means in between or in the center. Here in the picture, this teddy bear is in between the 2 teddy bears. Middle. Next word is chirping. C-H-I-R-P-I-N-G, chirping.
Chirping means a sound of bird. A bird is chirping. Chirping. Next word is nectar. 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 Dear kids, do you like honey? Do you know that honey is made by honeybees from the nectar of the flower? And nectar is something that bees collect to make honey. Nectar. Next is fountain. 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 Fountain is a structure in a pool or lake from which water pumped into the air. Fountain. Fountain. Next word is sipping. 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 Sipping means drink by taking small mouthfuls. Here in the picture, a boy is sipping a juice. Next is slides. 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 Slides is a structure with a smooth sloping surface for children to slide down. Slides. So dear kids, learn these all words. Keep on learning. Thank you. ਪਿਆਰੇ ਬੱਚਿਓ, ਤੁਸੀਂ ਹੁਣ ਤੱਕ ਪਾਠ 3 ਸਾਡੇ ਸਹਿਯੋਗੀ ਕਿੱਤਾਕਾਰ ਕਰ ਚੁੱਕੇ ਹੋ। ਅੱਜ ਇਸ ਪਾਠ ਦੇ ਸੰਬੰਧ ਵਿੱਚ ਅਸੀਂ ਕੁਝ ਬਹੁ ਵਿਕਲਪੀ ਪ੍ਰਸ਼ਨ ਕਰਾਂਗੇ। ਚਲੋ ਕਰੀਏ ਫਿਰ। ਹਾਂਜੀ ਬੇਟਾ, ਸਾਨੂੰ ਸਾਰਿਆਂ ਨੂੰ ਮਿਠਾਈ ਖਾਣੀ ਬਹੁਤ ਪਸੰਦ ਹੈ ਨਾ? ਮੈਨੂੰ ਵੀ ਪਸੰਦ ਹੈ। ਫਿਰ ਦੱਸੋ ਕਿ ਮਠਿਆਈ ਬਣਾਉਣ ਵਾਲੇ ਨੂੰ ਕੀ ਕਹਿੰਦੇ ਹਨ? ਦੋਧੀ, ਹਲਵਾਈ, ਧੋਬੀ ਜਾਂ ਫਿਰ ਮੋਚੀ? ਮਿਠਾਈ ਬਣਾਉਣ ਵਾਲੇ ਨੂੰ ਹਲਵਾਈ ਕਹਿੰਦੇ ਹਨ। ਅਸੀਂ ਸਹੀ ਉੱਤਰ ਦੇ ਅੱਗੇ ਠੀਕ ਦਾ ਨਿਸ਼ਾਨ ਲਗਾਵਾਂਗੇ। ਸ਼ਾਬਾਸ਼ ਬੱਚਿਓ। ਹਾਂਜੀ ਬੱਚਿਓ, ਅਸੀਂ ਸਾਰੇ ਬਹੁਤ ਖੁਸ਼ ਹੁੰਨੇ ਆ ਜਹਾਜ਼ ਨੂੰ ਉੜਦਾ ਦੇਖ ਕੇ ਨਾ। ਤਾਂ ਫਿਰ ਦੱਸੋ ਕਿ ਜਹਾਜ਼ ਉਡਾਉਣ ਵਾਲੇ ਨੂੰ ਕੀ ਕਹਿੰਦੇ ਹਨ? ਘੋੜਸਵਾਰ, ਡਰਾਈਵਰ, ਪਾਇਲਟ ਜਾਂ ਫਿਰ ਨਰਸ? ਜਹਾਜ਼ ਉਡਾਉਣ ਵਾਲੇ ਨੂੰ ਅਸੀਂ ਪਾਇਲਟ ਕਹਿੰਦੇ ਹਾਂ। ਹਾਂਜੀ ਬੇਟਾ, ਅਗਲਾ ਪ੍ਰਸ਼ਨ ਹੈ ਖੇਤਾਂ ਵਿੱਚ ਫਸਲਾਂ ਉਗਾਉਣ ਵਾਲਾ ਕੌਣ ਹੁੰਦਾ ਹੈ? ਕੌਣ ਹੁੰਦਾ ਹੈ? ਚੌਕੀਦਾਰ, ਮਿਸਤਰੀ, ਸਫਾਈ ਸੇਵਕ ਜਾਂ ਫਿਰ ਕਿਸਾਨ? ਇਹ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ। ਖੇਤਾਂ ਵਿੱਚ ਫਸਲਾਂ ਉਗਾਉਣ ਵਾਲਾ ਕਿਸਾਨ ਹੁੰਦਾ ਹੈ। ਸ਼ਾਬਾਸ਼ ਬੱਚਿਓ। ਬੱਚਿਓ, ਤੁਸੀਂ ਸਾਰੇ ਹੀ ਹਸਪਤਾਲ ਬਾਰੇ ਜਾਣਦੇ ਹੋਵੋਗੇ। ਫਿਰ ਦੱਸੋ ਮੈਨੂੰ ਕਿ ਹਸਪਤਾਲ ਵਿੱਚ ਮਰੀਜ਼ਾਂ ਦੀ ਦੇਖਭਾਲ ਦਾ ਕੰਮ ਕੌਣ ਕਰਦਾ ਹੈ? ਡਾਕਟਰ, ਮਿਸਤਰੀ, ਨਰਸ, ਸਫਾਈ ਸੇਵਕ? ਕੌਣ ਕਰਦਾ ਹੈ ਹਸਪਤਾਲ ਵਿੱਚ? ਸਾਡੀ ਦੇਖਭਾਲ ਨਰਸ ਕਰਦੀ ਹੈ। ਸ਼ਾਬਾਸ਼। ਸਹੀ ਉੱਤਰ ਦੇ ਅੱਗੇ ਠੀਕ ਦਾ ਨਿਸ਼ਾਨ ਲਗਾਉਣਾ ਹੈ। ਹਾਂਜੀ ਬੱਚਿਓ, ਸਾਨੂੰ ਸਾਰਿਆਂ ਨੂੰ ਸੋਹਣੇ ਸੋਹਣੇ ਕੱਪੜੇ ਪਾਉਣ ਦਾ ਸ਼ੌਂਕ ਹੈਗਾ? ਬਿਲਕੁਲ ਹੈ। ਫਿਰ ਦੱਸੋ ਕਿ ਕੱਪੜਿਆਂ ਦੀ ਸਿਲਾਈ ਦਾ ਕੰਮ ਕੌਣ ਕਰਦਾ ਹੈ? ਹਲਵਾਈ ਕਰਦਾ ਹੈ, ਕਿਸਾਨ ਕਰਦਾ ਹੈ, ਨਰਸ ਕਰਦੀ ਹੈ ਜਾਂ ਦਰਜੀ ਕਰਦਾ ਹੈ? ਹਾਂਜੀ, ਕੱਪੜਿਆਂ ਦੀ ਸਿਲਾਈ ਦਾ ਕੰਮ ਦਰਜੀ ਕਰਦਾ ਹੈ। ਸ਼ਾਬਾਸ਼। ਅਗਲਾ ਪ੍ਰਸ਼ਨ ਹੈ
ਜੇਕਰ ਤੁਸੀਂ ਨਵਾਂ ਘਰ ਬਣਾਉਣਾ ਹੈ ਤਾਂ ਤੁਸੀਂ ਕਿਸ ਨੂੰ ਜ਼ਿੰਮੇਵਾਰੀ ਦਿਓਗੇ? ਚੌਕੀਦਾਰ ਨੂੰ, ਮਿਸਤਰੀ ਨੂੰ, ਡਰਾਈਵਰ ਨੂੰ ਜਾਂ ਫਿਰ ਡਾਕਟਰ ਨੂੰ? ਤੁਸੀਂ ਜ਼ਿੰਮੇਵਾਰੀ ਦੋਗੇ ਮਿਸਤਰੀ ਨੂੰ। ਸ਼ਾਬਾਸ਼ ਬੱਚਿਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਤੱਕ ਸਾਰੇ ਪ੍ਰਸ਼ਨ ਚੰਗੀ ਤਰ੍ਹਾਂ ਸਮਝੇ ਹਨ। ਬੱਚਿਓ, ਘਰ ਦਾ ਕੰਮ ਹੈ ਤੁਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਆਪਣੀ ਕਾਪੀ ਤੇ ਲਿਖਣੇ ਹਨ। ਪਹਿਲਾ ਪ੍ਰਸ਼ਨ ਹੈ, ਜਹਾਜ਼ ਉਡਾਉਣ ਵਾਲੇ ਨੂੰ ਕੀ ਕਹਿੰਦੇ ਹਨ? ਦੂਸਰਾ ਹੈ, ਹਸਪਤਾਲ ਵਿੱਚ ਮਰੀਜ਼ਾਂ ਦੀ ਦੇਖਭਾਲ ਦਾ ਕੰਮ ਕੌਣ ਕਰਦਾ ਹੈ? ਤੀਸਰਾ ਹੈ, ਮਠਿਆਈ ਬਣਾਉਣ ਵਾਲੇ ਨੂੰ ਕੀ ਕਹਿੰਦੇ ਹਨ? ਮਠਿਆਈ ਬਣਾਉਣ ਵਾਲੇ ਨੂੰ ਕੀ ਕਹਿੰਦੇ ਹਨ? ਸਤਿ ਸ਼੍ਰੀ ਅਕਾਲ ਮੇਰੀ ਤੀਜੀ ਜਮਾਤ ਦੇ ਬਹੁਤ ਹੀ ਪਿਆਰੇ ਬੱਚਿਓ, ਅੱਜ ਅਸੀਂ ਬਹੁਤ ਹੀ ਮਜ਼ੇਦਾਰ ਕਹਾਣੀ ਸੁਣਨ ਵਾਲੇ ਹਾਂ। ਪਿਆਰੇ ਬੱਚਿਓ, ਪਹਿਲਾਂ ਤੁਸੀਂ ਮੈਨੂੰ ਇਹ ਦੱਸੋ, ਜੇ ਤੁਸੀਂ ਕਦੇ ਬਾਜ਼ਾਰ ਜਾਂ ਗਲੀ ਦੇ ਵਿੱਚ ਜਾ ਰਹੇ ਹੋ, ਤੁਹਾਨੂੰ ਰਸਤੇ ਵਿੱਚ ਕੋਈ ਚੀਜ਼ ਜਾਂ ਨੋਟ ਡਿੱਗਿਆ ਮਿਲ ਜਾਵੇ, ਫਿਰ ਤੁਸੀਂ ਕੀ ਕਰੋਗੇ? ਸੋਚੋ। ਬਿਲਕੁਲ ਬੱਚਿਓ, ਸਾਨੂੰ ਉਸ ਨੋਟ ਨੂੰ ਉਸਦੇ ਅਸਲੀ ਦਾਅਵੇਦਾਰ ਤੱਕ ਪਹੁੰਚਾਉਣਾ ਚਾਹੀਦਾ ਹੈ। ਭਾਵ ਜਿਸ ਦੀ ਚੀਜ਼ ਹੈ ਉਸ ਬਾਰੇ ਜ਼ਰੂਰ ਭਾਲ ਕਰਨੀ ਚਾਹੀਦੀ ਹੈ ਤੇ ਉਸ ਨੂੰ ਵਾਪਸ ਕਰਨੀ ਚਾਹੀਦੀ ਹੈ। ਬਿਲਕੁਲ ਬੱਚਿਓ, ਅਜਿਹਾ ਹੀ ਕੀਤਾ ਸਾਡੇ ਬਹੁਤ ਹੀ ਪਿਆਰੇ ਵਿਦਿਆਰਥੀ ਹਰਜੀਤ ਨੇ। ਚਲੋ ਅੱਜ ਅਸੀਂ ਹਰਜੀਤ ਦੀ ਕਹਾਣੀ ਸੁਣਦੇ ਹਾਂ। ਬੱਚਿਓ, ਇੱਕ ਵਾਰ ਹਰਜੀਤ ਸਕੂਲੋਂ ਘਰ ਵਾਪਸ ਜਾ ਰਿਹਾ ਸੀ। ਰਸਤੇ ਵਿੱਚ ਉਸਨੇ ਸੜਕ ਤੇ ਇੱਕ 100 ਦਾ ਨੋਟ ਡਿੱਗਿਆ ਦੇਖਿਆ। ਫਿਰ ਹਰਜੀਤ ਨੇ ਸੋਚਿਆ ਕਿ ਮੈਂ ਇਸ 100 ਦੇ ਨੋਟ ਦੀ ਚੀਜ਼ ਲੈ ਲੈਂਦਾ ਹਾਂ, ਪਰ ਇੱਕਦਮ ਉਸਨੂੰ ਅਧਿਆਪਕ ਦੁਆਰਾ ਦੱਸੀ ਕੋਈ ਗੱਲ ਯਾਦ ਆ ਗਈ। ਫਿਰ ਉਸਨੇ ਸੋਚਿਆ, ਨਹੀਂ, ਮੈਂ ਇਸ 100 ਦੇ ਨੋਟ ਨੂੰ ਸਾਹਮਣੇ ਦੁਕਾਨਦਾਰ ਨੂੰ ਪੁੱਛਦਾ ਹਾਂ ਕਿ ਇਹ 100 ਦਾ ਨੋਟ ਕਿਸ ਦਾ ਹੈ। ਫਿਰ ਹਰਜੀਤ ਦੁਕਾਨਦਾਰ ਕੋਲ ਗਿਆ ਤੇ ਉਹਨਾਂ ਨੂੰ ਕਿਹਾ, ਅੰਕਲ ਜੀ ਇਹ 100 ਦਾ ਨੋਟ ਸੜਕ ਤੇ ਡਿੱਗਿਆ ਪਿਆ ਸੀ, ਇਹ ਕਿਹਦਾ ਹੈ? ਦੁਕਾਨਦਾਰ ਬੜਾ ਖੁਸ਼ ਹੋਇਆ। ਪਿਆਰੇ ਬੱਚੇ, ਇਹ 100 ਦਾ ਨੋਟ ਮੇਰੇ ਇੱਕ ਗਾਹਕ ਦਾ ਹੈ। ਉਹ ਚੀਜ਼ ਲੈ ਕੇ ਜਾ ਰਿਹਾ ਸੀ ਤੇ ਉਹਦਾ ਨੋਟ ਡਿੱਗ ਪਿਆ ਤੇ ਉਹਨੇ ਮੈਨੂੰ ਪੁੱਛਿਆ, ਪਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਹ ਨੋਟ ਕਿੱਥੇ ਡਿੱਗ ਪਿਆ ਸੀ। ਫਿਰ ਦੁਕਾਨਦਾਰ ਨੇ ਹਰਜੀਤ ਨੂੰ ਸ਼ਾਬਾਸ਼ ਦਿੱਤੀ ਅਤੇ ਉਹ 100 ਦਾ ਨੋਟ ਆਪਣੇ ਗਾਹਕ ਨੂੰ ਵਾਪਸ ਕਰ ਦਿੱਤਾ। ਦੁਕਾਨਦਾਰ ਨੇ ਹਰਜੀਤ ਨੂੰ ਕਿਹਾ, ਸ਼ਾਬਾਸ਼ ਬੱਚੇ, ਮੈਨੂੰ ਇਹ ਦੱਸੋ, ਤੁਹਾਨੂੰ ਇਹ ਚੰਗੀ ਗੱਲ ਕਿਸਨੇ ਸਿਖਾਈ ਹੈ? ਇਮਾਨਦਾਰ ਹੋਣਾ ਤਾਂ ਬਹੁਤ ਚੰਗੀ ਗੱਲ ਹੈ। ਫਿਰ ਹਰਜੀਤ ਨੇ ਕਿਹਾ, ਅੰਕਲ ਜੀ ਇਹ ਇਮਾਨਦਾਰ ਹੋਣਾ ਸਾਨੂੰ ਸਾਡੇ ਅਧਿਆਪਕ ਜੀ ਨੇ ਦੱਸਿਆ ਹੈ। ਉਹ ਕਹਿੰਦੇ ਹਨ, ਜਿਸ ਦੀ ਚੀਜ਼ ਹੋਵੇ ਉਸ ਨੂੰ ਵਾਪਸ ਕਰਨੀ ਚਾਹੀਦੀ ਹੈ। ਕਦੇ ਵੀ ਕਿਸੇ ਦੀ ਚੀਜ਼ ਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੀਦਾ। ਸਾਡੇ ਅਧਿਆਪਕ ਸਾਨੂੰ ਸਕੂਲਾਂ ਦੇ ਵਿੱਚ ਬਹੁਤ ਚੰਗੀਆਂ ਗੱਲਾਂ ਸਿਖਾਉਂਦੇ ਹਨ। ਸ਼ਾਬਾਸ਼ ਹਰਜੀਤ, ਅੰਕਲ ਜੀ ਨੇ ਬੜੇ ਖੁਸ਼ ਹੋ ਕੇ ਕਿਹਾ ਤੇ ਹਰਜੀਤ ਨੂੰ ਇੱਕ ਚੀਜ਼ ਵੀ ਖਾਣ ਨੂੰ ਦਿੱਤੀ। ਹਾਂਜੀ ਪਿਆਰੇ ਬੱਚਿਓ, ਹੁਣ ਤੁਸੀਂ ਕਹਾਣੀ ਤੋਂ ਕੀ ਸਿੱਖਿਆ? ਕਿ ਸਾਨੂੰ ਚੰਗੇ ਤੇ ਇਮਾਨਦਾਰ ਇਨਸਾਨ ਬਣਨਾ ਚਾਹੀਦਾ ਹੈ। ਤੇ ਤੁਹਾਡੀ ਪਾਠ ਪੁਸਤਕ ਦੇ ਪੰਨਾ ਨੰਬਰ 13 ਉੱਪਰ ਦਿੱਤੇ ਗਏ ਕੁਝ ਮੌਖਿਕ ਪ੍ਰਸ਼ਨਾਂ ਨੂੰ ਹੱਲ ਕਰਨਾ ਹੈ। ਧੰਨਵਾਦ ਜੀ। ਬੱਚਿਓ, ਅਸੀਂ ਜਮਾਤ ਚੌਥੀ ਵਿਸ਼ਾ ਪੰਜਾਬੀ ਦਾ ਪਾਠ ਨੰਬਰ 4 ਕਵਿਤਾ ਹਾਥੀ ਪੜ੍ਹ ਚੁੱਕੇ ਹਾਂ। ਬੱਚਿਓ, ਅੱਜ ਅਸੀਂ ਇਸ ਕਵਿਤਾ ਦੇ ਪਾਠ ਅਭਿਆਸ ਵਿੱਚ ਆਏ ਇੱਕੋ ਜਿਹੇ ਅਰਥਾਂ ਵਾਲੇ ਸ਼ਬਦਾਂ ਦਾ ਮਿਲਾਨ ਕਰਨਾ ਸਿੱਖਾਂਗੇ। ਪਿਆਰੇ ਬੱਚਿਓ, ਅਸੀਂ ਇਹਨਾਂ ਸ਼ਬਦਾਂ ਦਾ ਅਰਥ ਸਮਝਦੇ ਹੋਏ ਇਹਨਾਂ ਦਾ ਮਿਲਾਨ ਕਰਾਂਗੇ। ਬੱਚਿਓ, ਸਾਡਾ ਪਹਿਲਾ ਸ਼ਬਦ ਹੈ ਕਿਵਾੜ। ਕਿਵਾੜ ਸ਼ਬਦ ਕਵਿਤਾ ਦੀਆਂ ਕਿਹਨਾਂ ਸਤਰਾਂ ਵਿੱਚ ਆਇਆ ਹੈ? ਸ਼ਾਬਾਸ਼, ਸਾਡੇ ਪਿੰਡ ਵਿੱਚ ਹਾਥੀ ਆਇਆ, ਤੁਰਦਾ ਲੱਗੇ ਪਹਾੜ, ਵੇਖ ਕੇ ਉਸਨੂੰ ਕੁੱਤੇ ਭੌਂਕੇ, ਖੁੱਲੇ ਬੰਦ ਕਿਵਾੜ।
ਸੋ ਬੱਚਿਓ, ਇੱਥੇ ਕਿਵਾੜ ਸ਼ਬਦ ਤੋਂ ਭਾਵ ਹੈ ਦਰਵਾਜ਼ਾ। ਸੋ ਅਸੀਂ ਕਿਵਾੜ ਸ਼ਬਦ ਨੂੰ ਦਰਵਾਜ਼ੇ ਨਾਲ ਮਿਲਾਵਾਂਗੇ। ਬੱਚਿਓ, ਸਾਡਾ ਦੂਜਾ ਸ਼ਬਦ ਹੈ ਵਾੜ। ਵਾੜ ਸ਼ਬਦ ਹਾਥੀ ਕਵਿਤਾ ਵਿੱਚ ਕਿੱਥੇ ਆਇਆ ਹੈ? ਬਿਲਕੁਲ ਸਹੀ, ਪੇਟ ਭਰਨ ਲਈ ਟੱਪ ਗਿਆ ਉਹ ਹਰੇ ਖੇਤ ਦੀ ਵਾੜ। ਸੋ ਬੱਚਿਓ, ਇੱਥੇ ਵਾੜ ਸ਼ਬਦ ਤੋਂ ਭਾਵ ਹੈ ਫਸਲਾਂ ਨੂੰ ਪਸ਼ੂਆਂ ਤੋਂ ਬਚਾਉਣ ਲਈ ਖੇਤ ਦੇ ਚਾਰੇ ਪਾਸੇ ਲਾਈ ਜਾਂਦੀ ਕੰਡਿਆਲੀ ਤਾਰ। ਇਸ ਲਈ ਅਸੀਂ ਵਾੜ ਸ਼ਬਦ ਦਾ ਮਿਲਾਨ ਖੇਤ ਦੁਆਲੇ ਲਾਈ ਕੰਡਿਆਲੀ ਤਾਰ ਨਾਲ ਕਰਾਂਗੇ। ਬੱਚਿਓ, ਸਾਡਾ ਤੀਸਰਾ ਸ਼ਬਦ ਹੈ ਝਾਤੀ। ਬੱਚਿਓ, ਕੀ ਤੁਸੀਂ ਦੱਸ ਸਕਦੇ ਹੋ ਕਿ ਝਾਤੀ ਸ਼ਬਦ ਕਵਿਤਾ ਦੀਆਂ ਕਿਹਨਾਂ ਸਤਰਾਂ ਵਿੱਚ ਆਇਆ ਹੈ? ਬਿਲਕੁਲ ਠੀਕ, ਅੱਖਾਂ ਤੋਂ ਸ਼ਰਮਾਕਲ ਜਾਪੇ ਜਦ ਮੈਂ ਝਾਤੀ ਮਾਰਾਂ। ਬੱਚਿਓ, ਇੱਥੇ ਝਾਤੀ ਸ਼ਬਦ ਤੋਂ ਭਾਵ ਹੈ ਬਿਲਕੁਲ ਹਲਕਾ ਜਿਹਾ ਵੇਖਣਾ। ਇਸ ਲਈ ਅਸੀਂ ਝਾਤੀ ਸ਼ਬਦ ਨੂੰ ਵੇਖਣਾ ਨਾਲ ਮਿਲਾਵਾਂਗੇ। ਬੱਚਿਓ, ਸਾਡਾ ਅਗਲਾ ਸ਼ਬਦ ਹੈ ਟੱਪ। ਬੱਚਿਓ, ਟੱਪ ਸ਼ਬਦ ਕਵਿਤਾ ਵਿੱਚ ਕਿੱਥੇ ਆਇਆ ਹੈ? ਸ਼ਾਬਾਸ਼ ਬੇਟਾ, ਪੇਟ ਭਰਨ ਲਈ ਟੱਪ ਗਿਆ ਉਹ ਹਰੇ ਖੇਤ ਦੀ ਵਾੜ। ਬੱਚਿਓ, ਟੱਪ ਸ਼ਬਦ ਤੋਂ ਭਾਵ ਹੈ ਛਾਲ ਮਾਰ ਕੇ ਲੰਘਣਾ ਜਾਂ ਟੱਪਣਾ। ਇਸ ਲਈ ਟੱਪ ਸ਼ਬਦ ਨੂੰ ਅਸੀਂ ਛਾਲ ਮਾਰ ਕੇ ਲੰਘਣਾ ਨਾਲ ਮਿਲਾਵਾਂਗੇ। ਬੱਚਿਓ, ਕੀ ਤੁਸੀਂ ਟੱਪ ਸ਼ਬਦ ਤੋਂ ਕੋਈ ਵਾਕ ਵੀ ਬਣਾ ਸਕਦੇ ਹੋ? ਹਾਂਜੀ ਬੇਟਾ, ਦੱਸੋ। ਸ਼ਾਬਾਸ਼, ਹਾਥੀ ਖੇਤ ਦੀ ਵਾੜ ਟੱਪ ਕੇ ਖੇਤ ਅੰਦਰ ਚਲਾ ਗਿਆ। ਬੱਚਿਓ, ਸਾਡਾ ਅਗਲਾ ਤੇ ਅਖੀਰਲਾ ਸ਼ਬਦ ਹੈ ਲਿਤਾੜ। ਲਿਤਾੜ ਸ਼ਬਦ ਕਵਿਤਾ ਦੀਆਂ ਕਿਹਨਾਂ ਸਤਰਾਂ ਵਿੱਚ ਆਇਆ ਹੈ? ਸ਼ਾਬਾਸ਼ ਬੇਟਾ, ਕੁਝ ਨੂੰ ਤਾਂ ਉਹ ਨਿਗਲ ਗਿਆ ਸੀ, ਕੁਝ ਨੂੰ ਗਿਆ ਲਿਤਾੜ। ਬੱਚਿਓ, ਇੱਥੇ ਲਿਤਾੜ ਸ਼ਬਦ ਤੋਂ ਭਾਵ ਹੈ ਨਸ਼ਟ ਕਰਨਾ, ਖਰਾਬ ਕਰਨਾ ਜਾਂ ਕੁਚਲਣਾ। ਸੋ ਅਸੀਂ ਲਿਤਾੜ ਸ਼ਬਦ ਨੂੰ ਕੁਚਲ ਨਾਲ ਮਿਲਾਵਾਂਗੇ। ਪਿਆਰੇ ਬੱਚਿਓ, ਅਸੀਂ ਇਹ ਮਿਲਾਨ ਕਰੋ ਪੂਰੇ ਕਰ ਲਏ ਹਨ। ਹੁਣ ਅਸੀਂ ਇਹਨਾਂ ਦੀ ਦੁਹਰਾਈ ਕਰਾਂਗੇ। ਬੱਚਿਓ, ਸਾਡਾ ਪਹਿਲਾ ਸ਼ਬਦ ਹੈ ਕਿਵਾੜ। ਕਿਵਾੜ ਸ਼ਬਦ ਨੂੰ ਅਸੀਂ ਕਿਸ ਨਾਲ ਮਿਲਾਇਆ? ਸ਼ਾਬਾਸ਼, ਕਿਵਾੜ ਸ਼ਬਦ ਨੂੰ ਅਸੀਂ ਦਰਵਾਜ਼ਾ ਨਾਲ ਮਿਲਾਇਆ। ਦੂਸਰਾ ਸ਼ਬਦ ਹੈ ਵਾੜ। ਸ਼ਾਬਾਸ਼ ਬੇਟਾ, ਵਾੜ ਸ਼ਬਦ ਨੂੰ ਅਸੀਂ ਖੇਤ ਦੁਆਲੇ ਲਾਈ ਕੰਡਿਆਲੀ ਤਾਰ ਨਾਲ ਮਿਲਾਇਆ। ਤੀਸਰਾ ਸ਼ਬਦ ਝਾਤੀ। ਬਿਲਕੁਲ ਸਹੀ, ਝਾਤੀ ਸ਼ਬਦ ਨੂੰ ਅਸੀਂ ਵੇਖਣਾ ਨਾਲ ਮਿਲਾਇਆ। ਸਾਡਾ ਚੌਥਾ ਸ਼ਬਦ ਹੈ ਟੱਪ। ਹਾਂਜੀ ਬੇਟਾ, ਸ਼ਾਬਾਸ਼, ਟੱਪ ਸ਼ਬਦ ਨੂੰ ਅਸੀਂ ਛਾਲ ਮਾਰ ਕੇ ਲੰਘਣਾ ਨਾਲ ਮਿਲਾਇਆ। ਸਾਡਾ ਅਖੀਰਲਾ ਸ਼ਬਦ ਹੈ ਲਿਤਾੜ। ਬਿਲਕੁਲ ਸਹੀ, ਲਿਤਾੜ ਸ਼ਬਦ ਨੂੰ ਅਸੀਂ ਕੁਚਲ ਸ਼ਬਦ ਨਾਲ ਮਿਲਾਇਆ। ਬੱਚਿਓ, ਹੁਣ ਇਹ ਮਿਲਾਨ ਕਰੋ ਤੁਸੀਂ ਆਪਣੀ ਪੰਜਾਬੀ ਦੀ ਕਾਪੀ ਵਿੱਚ ਸੁੰਦਰ ਸੁੰਦਰ ਲਿਖਾਈ ਵਿੱਚ ਕਰਕੇ ਲਿਆਉਣੇ ਹਨ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਕੱਲ ਅਸੀਂ 1 ਤੋਂ ਲੈ ਕੇ 12 ਤੱਕ ਦੇ ਰੋਮਨ ਅੰਕ ਸਿੱਖੇ। ਤਾਂ ਦੇਖੀਏ ਕਿ ਅੱਜ ਸਾਨੂੰ ਇਸ ਘੜੀ ਤੋਂ ਅੰਕ ਪੜ੍ਹਨੇ ਆ ਗਏ ਹਨ। ਤਾਂ ਅਸੀਂ ਇੱਕ ਵਾਰ ਦੁਹਰਾਈਏ। 1 2 3 4 5 6 7 8 9 10 11 12। ਤਾਂ ਬੱਚਿਓ, ਇਸ ਤੋਂ ਅੱਗੇ ਦੇ ਅੰਕ ਅਸੀਂ ਅੱਜ ਸਿੱਖਾਂਗੇ। ਬੱਚਿਓ, ਅਸੀਂ 12 ਤੱਕ ਦੀਆਂ ਸੰਖਿਆਵਾਂ ਸਿੱਖ ਲਈਆਂ ਹਨ। ਤਾਂ ਹੁਣ 10 ਤੱਕ ਤੋਂ ਸ਼ੁਰੂ ਕਰਦੇ ਹੋਏ ਅਸੀਂ ਬਾਕੀ ਦੇ ਅੰਕ ਸਿੱਖਾਂਗੇ। ਤਾਂ ਜੋੜੀ ਜਾਣ ਵਾਲੀ ਸੰਖਿਆ ਨੂੰ ਅਸੀਂ ਸੱਜੇ ਪਾਸੇ ਲਿਖਦੇ ਹਾਂ ਤੇ ਇੱਧਰ 10 ਰੱਖਦੇ ਹੋਏ ਅਸੀਂ ਅੱਗੋਂ ਪੜ੍ਹਦੇ ਹਾਂ। 10 1 11 10 2 12 10 3 13 10 4 14 10 5 15 10 6
16 10 7 17 10 8 18 10 9 19 10 10 20 ਤਾਂ ਹੁਣ 2 10 ਜੋੜ ਕੇ ਸਾਡੇ ਕੋਲ 20 ਦਾ ਅੰਕ ਆ ਗਿਆ ਹੈ। ਹੁਣ ਅਸੀਂ 20 ਨੂੰ ਖੱਬੇ ਰੱਖਦੇ ਹੋਏ ਸੱਜੇ 1 ਤੋਂ 10 ਅੰਕ ਜੋੜਾਂਗੇ। 21 21 22 22 23 23 24 24 25 25 26 26 27 27 28 28 29 29 20 10 30 ਤਾਂ ਹੁਣ ਦੇਖੋ ਬੱਚਿਓ ਅਸੀਂ 10 ਨੂੰ 3 ਵਾਰ ਦੁਹਰਾ ਕੇ 30 ਦਾ ਅੰਕ ਸਿੱਖ ਲਿਆ ਹੈ। ਤਾਂ ਹੁਣ 30 ਵਿੱਚ 1 ਜੋੜ ਕੇ 31 31 32 32 33 33 34 34 35 35 36 36 37 37 38 38 39 39 ਇਸ ਤਰ੍ਹਾਂ 1 ਤੋਂ ਲੈ ਕੇ 39 ਤੱਕ ਦੀਆਂ ਸੰਖਿਆਵਾਂ ਸਾਨੂੰ ਆ ਗਈਆਂ ਨੇ। ਬੱਚਿਓ ਅਸੀਂ 1 ਤੋਂ 39 ਤੱਕ ਦੇ ਰੋਮਨ ਅੰਕ ਸਿੱਖ ਲਏ ਹਨ। ਹੁਣ ਇਹਨਾਂ ਦੀ ਦੁਹਰਾਈ ਅਸੀਂ ਇੱਕ ਤੁਕਬੰਦੀ ਦੇ ਨਾਲ ਕਰਾਂਗੇ। ਰੋਮਨ ਅੰਕਾਂ ਦੇ ਸੱਤ ਚਿੰਨ੍ਹ ਸਾਰੇ ਇੱਕ ਦੂਜੇ ਤੋਂ ਭਿੰਨ। ਤਾਂ ਬੱਚੇ ਦੇਖਿਓ ਸਾਰੇ ਚਿੰਨ੍ਹ ਹੀ ਇੱਕ ਦੂਸਰੇ ਤੋਂ ਵੱਖਰੇ ਹਨ। ਕੋਈ ਵੀ ਚਿੰਨ੍ਹ ਦੂਸਰੇ ਨਾਲ ਨਹੀਂ ਮਿਲਦਾ। 3 ਵਾਰ ਤੋਂ ਵੱਧ ਨਾ ਆਉਂਦੇ ਸੰਖਿਆਵਾਂ ਸਭ ਇਹੀ ਬਣਾਉਂਦੇ। ਤਾਂ ਬੱਚਿਓ ਕੋਈ ਵੀ ਚਿੰਨ੍ਹ 3 ਵਾਰ ਤੋਂ ਵੱਧ ਅਸੀਂ ਨਹੀਂ ਦੁਹਰਾਉਂਦੇ, ਪਰ 3 ਵਾਰ ਤੱਕ ਦੁਹਰਾ ਕੇ ਸੰਖਿਆਵਾਂ ਬਣਾ ਲੈਂਦੇ ਹਾਂ। VLD ਦੁਹਰਾਏ ਨਾ ਜਾਵਨ, ਜੁੜਨ ਹਮੇਸ਼ਾ ਨਾ ਕਦੇ ਘਟਾਵਨ। ਤਾਂ ਬੱਚਿਓ VLD ਦੁਹਰਾਏ ਨਹੀਂ ਜਾਂਦੇ। VLD ਵਿੱਚੋਂ ਅਸੀਂ V ਵਰਤਿਆ ਹੈ। V ਦੀ ਵਰਤੋਂ ਕਰਦੇ ਹੋਏ ਅਸੀਂ V ਨੂੰ 2 ਵਾਰ ਦੁਹਰਾ ਕੇ X 10 ਨਹੀਂ ਲਿਖ ਸਕਦੇ, ਪਰ V ਨੂੰ ਅਸੀਂ ਵੱਡੇ ਮੁੱਲ ਦੇ ਸੱਜੇ ਜੋੜ ਕੇ ਅੰਕ ਜ਼ਰੂਰ ਬਣਾ ਸਕਦੇ ਹਾਂ, ਪਰ ਇਸ ਨੂੰ ਘਟਾ ਨਹੀਂ ਸਕਦੇ। 3 ਵਾਰ IXC ਆਉਂਦੇ ਸੰਖਿਆਵਾਂ ਨੂੰ ਘਟਾਉਂਦੇ ਵਧਾਉਂਦੇ। ਤਾਂ ਬੱਚਿਓ I ਨੂੰ ਅਸੀਂ 3 ਵਾਰੀ ਲਿਖ ਸਕਦੇ ਹਾਂ, ਇਸੇ ਤਰ੍ਹਾਂ ਹੀ X ਨੂੰ ਵੀ 3 ਵਾਰੀ ਲਿਖ ਸਕਦੇ ਹਾਂ। ਤੇ ਇਹ 3 ਵਾਰ ਆਉਂਦੇ ਹਨ ਤੇ ਸੰਖਿਆਵਾਂ ਦਾ ਮੁੱਲ ਘਟਾਉਂਦੇ ਤੇ ਵਧਾਉਂਦੇ ਹਨ। ਸੰਖਿਆਵਾਂ ਨੂੰ ਘਟਾਉਂਦੇ ਵਧਾਉਂਦੇ ਵੱਡੇ ਚਿੰਨ੍ਹ ਦੇ ਸੱਜੇ ਜੁੜ ਜਾਂਦੇ, ਆਉਣ ਜੇ ਖੱਬੇ ਇਹ ਕੱਟ ਜਾਂਦੇ। ਤਾਂ ਦੇਖੋ ਬੱਚਿਓ ਵੱਡੇ ਚਿੰਨ੍ਹ ਦੇ ਸੱਜੇ ਜੁੜ ਕੇ ਇਹ ਸੰਖਿਆ ਦਾ ਮੁੱਲ ਵਧਾ ਦਿੰਦੇ ਹਨ ਤੇ ਵੱਡੇ ਚਿੰਨ੍ਹ ਦੇ ਖੱਬੇ ਜੁੜ ਕੇ ਇਹ ਉਸਦਾ ਮੁੱਲ ਘਟਾ ਵੀ ਦਿੰਦੇ ਹਨ। ਸੱਜੇ 3 ਵਾਰ ਜੁੜ ਜਾਂਦੇ। ਤਾਂ ਦੇਖੋ ਬੱਚਿਓ ਸੱਜੇ ਪਾਸੇ ਅਸੀਂ 3 ਵਾਰ ਜੋੜ ਸਕਦੇ ਹਾਂ, ਖੱਬੇ ਬਸ 1 ਵਾਰ ਘਟਾਉਂਦੇ ਤੇ ਖੱਬੇ ਪਾਸੇ ਬਸ 1 ਵਾਰ ਘਟਾ ਹੀ ਸਕਦੇ ਹਾਂ। ਤਾਂ ਬੱਚਿਓ ਇਸ ਤੁਕਬੰਦੀ ਨਾਲ ਅਸੀਂ ਇਸ ਨੂੰ ਆਸਾਨੀ ਨਾਲ ਯਾਦ ਰੱਖ ਸਕਦੇ ਹਾਂ। ਤਾਂ ਬੱਚੇ ਰੋਮਨ ਅੰਕ ਪ੍ਰਣਾਲੀ ਦੇ 13 ਤੋਂ 39 ਤੱਕ ਦੇ ਰੋਮਨ ਅੰਕ ਅੱਜ ਅਸੀਂ ਸਿੱਖ ਲਏ ਹਨ। ਤਾਂ ਇਸ ਨੂੰ ਅਸੀਂ ਘਰ ਦੇ ਕੰਮ ਵਿੱਚ ਵੀ ਦੁਹਰਾ ਲੈਣਾ ਹੈ। ਤਾਂ ਆਪਣੀ ਕਾਪੀ ਦੇ ਉੱਪਰ ਤੁਸੀਂ ਇੱਕ ਪਾਸੇ ਹਿੰਦੂ ਅਰੇਬਿਕ ਅੰਕ ਤੇ ਦੂਸਰੇ ਪਾਸੇ ਰੋਮਨ ਅੰਕ ਲਿਖ ਲੈਣੇ ਹਨ। ਹਿੰਦੂ ਅਰੇਬਿਕ ਅੰਕਾਂ ਦੇ ਥੱਲੇ 13 14 ਦੀ ਸੰਖਿਆ ਜਿਸ ਤਰ੍ਹਾਂ ਕਿ ਬੋਰਡ ਉੱਪਰ ਲਿਖੀ ਹੋਈ ਹੈ, ਇਹਨਾਂ ਨੂੰ ਤੁਸੀਂ ਰੋਮਨ ਅੰਕਾਂ ਵਿੱਚ ਲਿਖਣਾ ਹੈ। 13 ਨੂੰ ਅਸੀਂ ਲਿਖਦੇ ਹਾਂ 10 3 13, 14 ਨੂੰ ਲਿਖਦੇ ਹਾਂ 10 4 14। ਇਸੇ ਤਰ੍ਹਾਂ ਹੀ ਤੁਸੀਂ ਆਪਣੀ ਕਾਪੀ ਉੱਤੇ ਵੀ ਨੋਟ ਕਰ ਲੈਣਾ ਹੈ ਤੇ ਬਾਕੀ ਦੀਆਂ 39 ਤੱਕ ਸੰਖਿਆਵਾਂ ਤੁਸੀਂ ਆਪ ਲਿਖਣੀਆਂ ਹਨ। ਤਾਂ ਬੱਚਿਓ ਇੱਕ ਚਾਰਟ ਨੂੰ ਕੱਟ ਕੇ ਜਾਂ ਮਾਚਿਸ ਦੀਆਂ ਤਿਲੀਆਂ ਨੂੰ ਜੋੜ ਕੇ ਤੁਸੀਂ ਅੰਕ ਬਣਾ ਲੈਣੇ ਹਨ ਤੇ ਅੰਕ ਬਣਾ ਕੇ ਉਹਨਾਂ ਨੂੰ ਇੱਕ ਚਾਰਟ ਉੱਪਰ ਚਿਪਕਾ ਦੇਣਾ ਹੈ। Hello students, today we are going to discuss lesson number 2, the farmer and the bullock cart, and today we will do new words. Okay, let's start. Kids, we will do new words one by one. First word is farmer. 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 Farmer is a person who grows crops, okay? Next word is market. 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 Market is a place where we buy or sell many things like fruits, vegetables, clothes, right? Next word is loaded. Load.
with ed becomes loaded. Loaded means to be full of something. Like this truck is full of sand. And this bullock cart is full of bags of wheat. Right, kids? Next word is struggle. S-T-R-U. Double G-G L-E-L. Struggle. Struggle is when we try really hard to do something. Like in this picture, 3 men are trying hard to push the bullock cart out of mud. Here, this boy is trying really hard to climb up the wall. Okay, kids? Next word is wheels. W with heels becomes wheels. Kids, you must have seen wheels many times. Your bicycle has 2 wheels, right? Car has 4 wheels. Okay? Next word is request. Re with quest becomes request. Request is when we ask someone very politely for something to be done or given. Like this boy is saying please. This man is requesting. He's saying please. Okay? Next word is success. S-U-C-C-E-S-S. Success. Success means when we get the wanted results. Then we are successful. Okay? Next word is ignore. Ig with nor becomes ignore. Ignore is when we do not notice or attend someone. Like in this picture, the girl is ignoring the boy. Here, boy is ignoring the man. He is not attending him. Right, kids? You must have enjoyed the class. Now, it's time for your homework. Dear kids, we have done these 8 words today, right? So your homework is to write them beautifully and neatly in your notebooks and learn them by heart. Okay, give your best, kids. Thank you. ਪਿਆਰੇ ਬੱਚਿਓ, ਤੀਸਰੀ ਜਮਾਤ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੇ ਕਿੱਤਾਕਾਰਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਚੁੱਕੇ ਹਾਂ। ਆਓ ਆਪਾਂ ਹੁਣ ਪਾਠ ਨੰਬਰ 4 ਵੱਖ-ਵੱਖ ਕਿੱਤਾਕਾਰਾਂ ਵਿੱਚੋਂ ਕੁਝ ਹੋਰ ਕਿੱਤਾਕਾਰਾਂ ਅਤੇ ਉਹਨਾਂ ਦੁਆਰਾ ਵਰਤੇ ਜਾਂਦੇ ਔਜ਼ਾਰਾਂ ਬਾਰੇ ਜਾਣਕਾਰੀ ਹਾਸਿਲ ਕਰੀਏ। ਅਗਲੇ ਹਫਤੇ ਰੱਜੂ ਦੇ ਸਕੂਲ ਵਿੱਚ ਸਾਲਾਨਾ ਸਮਾਰੋਹ ਹੈ। ਉਸ ਦਿਨ ਬੱਚਿਆਂ ਦਾ ਫੈਂਸੀ ਡਰੈਸ ਮੁਕਾਬਲਾ ਕਰਵਾਇਆ ਜਾਣਾ ਹੈ। ਰੱਜੂ ਨੇ ਉਸ ਮੁਕਾਬਲੇ ਵਿੱਚ ਭਾਗ ਲੈਣ ਲਈ ਡਾਕਟਰ ਬਣਨਾ ਹੈ। ਉਸਨੇ ਆਪਣੀ ਮੰਮੀ ਨੂੰ ਕਿਹਾ, ਮੰਮੀ ਜੀ ਮੇਰੇ ਲਈ ਡਾਕਟਰ ਦੇ ਪਾਉਣ ਵਾਲਾ ਕੋਟ ਸਿਉਂ ਦਿਓ। ਰੱਜੂ, ਮੈਨੂੰ ਤਾਂ ਅਜਿਹਾ ਕੋਟ ਸਿਉਣਾ ਨਹੀਂ ਆਉਂਦਾ। ਉਸਦੀ ਮੰਮੀ ਨੇ ਨਾਂ ਵਿੱਚ ਸਿਰ ਹਿਲਾਇਆ। ਮੰਮੀ, ਇੱਕ ਵਾਰ ਤੁਸੀਂ ਮੇਰੇ ਲਈ ਕਿੰਨਾ ਸੋਹਣਾ ਸਲਵਾਰ ਕਮੀਜ਼ ਸਿਉਂਤਾ ਸੀ। ਰੱਜੂ ਨੇ ਪੁੱਛਿਆ। ਬੇਟਾ, ਤੇਰੀ ਨਾਨੀ ਨੇ ਮੈਨੂੰ ਸਿਰਫ ਸਲਵਾਰ ਕਮੀਜ਼ ਸਿਉਣਾ ਹੀ ਸਿਖਾਇਆ ਸੀ, ਉਸਦੀ ਮੰਮੀ ਨੇ ਜਵਾਬ ਦਿੱਤਾ। ਨਾਨੀ ਨੂੰ ਆਉਂਦਾ ਸੀ ਸਭ ਕੁਝ? ਹਾਂ, ਉਹ ਤਾਂ ਦਰੀਆਂ ਅਤੇ ਖੇਸ ਵੀ ਬਹੁਤ ਸੋਹਣੇ ਬੁਣ ਲੈਂਦੇ ਸੀ। ਅੱਜ ਵੀ ਉਹਨਾਂ ਨੇ ਆਪਣਾ ਚਰਖਾ
ਹੱਥਾਂ ਬੜੇ ਪਿਆਰ ਨਾਲ ਸੰਭਾਲ ਕੇ ਰੱਖੇ ਹੋਏ ਹਨ। ਪਿਆਰੇ ਬੱਚਿਓ, ਇਹ ਤਸਵੀਰ ਚਰਖੇ ਦੀ ਹੈ। ਚਰਖਾ ਲੱਕੜ ਦਾ ਬਣਿਆ ਹੋਇਆ ਸੰਦ ਹੈ ਜਿਸ ਨੂੰ ਹੱਥ ਨਾਲ ਚਲਾਇਆ ਜਾਂਦਾ ਹੈ। ਇਸ ਨਾਲ ਸੂਤ ਕੱਤਿਆ ਜਾਂਦਾ ਹੈ। ਹੁਣ ਇਸ ਤਸਵੀਰ ਨੂੰ ਦੇਖੋ। ਇਹ ਤਸਵੀਰ ਹੱਥੇ ਦੀ ਹੈ। ਇਸ ਦੀ ਵਰਤੋਂ ਦਰੀਆਂ ਬੁਣਨ ਲਈ ਕੀਤੀ ਜਾਂਦੀ ਹੈ। ਹੱਥੇ ਤੋਂ ਇਲਾਵਾ ਦਰੀਆਂ ਬੁਣਨ ਲਈ ਲੱਕੜੀ ਦੇ ਬਣੇ ਹੋਏ ਅੱਡੇ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਪਰ ਮੇਰਾ ਕੋਟ। ਰੱਜੂ ਉਦਾਸ ਹੋ ਗਈ। ਉਸਦੀ ਮੰਮੀ ਨੇ ਰੱਜੂ ਦਾ ਸਿਰ ਪਲੋਸਦਿਆਂ ਕਿਹਾ, ਉਦਾਸ ਨਾ ਹੋ, ਚਲ ਆਪਾਂ ਹੁਣੇ ਦਰਜੀ ਤੋਂ ਪਤਾ ਕਰਾਉਂਦੇ ਹਾਂ। ਹਾਂ ਠੀਕ ਹੈ, ਨਾਲੇ ਮੈਂ ਬਾਜ਼ਾਰੋਂ ਡਾਕਟਰ ਵੱਲੋਂ ਵਰਤਿਆ ਜਾਂਦਾ ਬਾਕੀ ਸਾਮਾਨ ਥਰਮਾਮੀਟਰ, ਸਰਿੰਜ, ਸਟੈਥੋਸਕੋਪ ਵੀ ਲੈ ਆਵਾਂਗੀ, ਰੱਜੂ ਬੋਲੀ। ਹੁਣ ਇਹਨਾਂ ਤਸਵੀਰਾਂ ਵੱਲ ਦੇਖੋ। ਇਹ ਤਸਵੀਰ ਸਟੈਥੋਸਕੋਪ ਦੀ ਹੈ। ਇਸ ਦੀ ਮਦਦ ਨਾਲ ਸਰੀਰ ਦੇ ਅੰਦਰ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ। ਇਹ ਥਰਮਾਮੀਟਰ ਹੈ। ਡਾਕਟਰ ਦੁਆਰਾ ਥਰਮਾਮੀਟਰ ਦੀ ਵਰਤੋਂ ਸਰੀਰ ਦਾ ਤਾਪਮਾਨ ਮਾਪਣ ਲਈ ਕੀਤੀ ਜਾਂਦੀ ਹੈ। ਅਤੇ ਇਹ ਸਰਿੰਜ ਹੈ। ਸਰਿੰਜ ਦੀ ਮਦਦ ਨਾਲ ਦਵਾਈ ਨੂੰ ਸਰੀਰ ਦੇ ਅੰਦਰ ਤੱਕ ਪਹੁੰਚਾਇਆ ਜਾਂਦਾ ਹੈ। ਤੁਹਾਡਾ ਘਰ ਦਾ ਕੰਮ ਹੈ ਬੱਚਿਓ। ਪ੍ਰਸ਼ਨ ਨੰਬਰ 1, ਡਾਕਟਰ ਦੁਆਰਾ ਥਰਮਾਮੀਟਰ ਦੀ ਵਰਤੋਂ ਕਿਸ ਮਕਸਦ ਲਈ ਕੀਤੀ ਜਾਂਦੀ ਹੈ? ਪ੍ਰਸ਼ਨ ਨੰਬਰ 2, ਦਰੀਆਂ ਬਣਾਉਣ ਲਈ ਕਿਹੜੇ-ਕਿਹੜੇ ਔਜ਼ਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ? ਪਿਆਰੇ ਬੱਚਿਓ, ਪਾਠ ਸ਼ਹੀਦ ਊਧਮ ਸਿੰਘ ਪੜ੍ਹਦਿਆਂ ਤੁਸੀਂ ਬਹੁਤ ਸਾਰੇ ਨਵੇਂ ਸ਼ਬਦ ਪੜ੍ਹੇ ਹੋਣਗੇ। ਅਸੀਂ ਇਹਨਾਂ ਸ਼ਬਦਾਂ ਦੇ ਅਰਥ ਵੀ ਜਾਣ ਲਏ ਹਨ। ਆਪਣੀ ਸਮਝ ਨੂੰ ਹੋਰ ਵਿਕਸਿਤ ਕਰਨ ਅਤੇ ਇਹਨਾਂ ਸ਼ਬਦਾਂ ਨੂੰ ਹੋਰ ਸਪਸ਼ਟ ਕਰਨ ਲਈ ਅਸੀਂ ਇਹਨਾਂ ਨੂੰ ਵਾਕਾਂ ਵਿੱਚ ਵਰਤਦੇ ਹਾਂ। ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਸ਼ਬਦਾਂ ਤੋਂ ਵਾਕ ਬਣਾਉਣ ਦਾ ਅਭਿਆਸ। ਤੇ ਸਾਡਾ ਪਹਿਲਾ ਸ਼ਬਦ ਹੈ ਕੁਰਬਾਨੀ। ਕੁਰਬਾਨੀ ਜਿਸ ਦਾ ਅਰਥ ਹੈ ਬਲੀਦਾਨ। ਬੱਚਿਓ, ਤੁਹਾਨੂੰ ਪਤਾ ਹੈ ਜਦੋਂ ਆਪਣੇ ਦੇਸ਼, ਕੌਮ ਜਾਂ ਖੇਤਰ ਲਈ ਕੋਈ ਬਲੀਦਾਨ ਦਿੰਦਾ ਹੈ ਜਾਂ ਸ਼ਹੀਦ ਹੁੰਦਾ ਹੈ ਤਾਂ ਉਸ ਨੂੰ ਕੁਰਬਾਨੀ ਕਿਹਾ ਜਾਂਦਾ ਹੈ। ਤੇ ਚਲੋ ਹੁਣ ਇਸ ਦੇ ਵਾਕ ਬਣਾਉਂਦੇ ਹਾਂ। ਦੇਸ਼ ਨੂੰ ਗੁਲਾਮੀ ਤੋਂ ਛੁਟਕਾਰਾ ਦਿਵਾਉਣ ਲਈ ਕਈ ਦੇਸ਼ ਭਗਤਾਂ ਨੇ ਕੁਰਬਾਨੀ ਦਿੱਤੀ। ਰਾਜਗੁਰੂ ਸੁਖਦੇਵ ਅਤੇ ਭਗਤ ਸਿੰਘ ਨੇ ਦੇਸ਼ ਲਈ ਕੁਰਬਾਨੀ ਦਿੱਤੀ। ਜਿਵੇਂ ਪਾਠ ਵਿੱਚ ਵੀ ਵਾਕ ਆਇਆ ਹੈ, ਊਧਮ ਸਿੰਘ ਕਰਤਾਰ ਸਿੰਘ ਸਰਾਭਾ ਅਤੇ ਮਦਨ ਲਾਲ ਢੀਂਗਰੇ ਦੀ ਕੁਰਬਾਨੀ ਤੋਂ ਬਹੁਤ ਪ੍ਰਭਾਵਿਤ ਸੀ। ਤੇ ਬੱਚਿਓ, ਤੁਸੀਂ ਇਹਨਾਂ ਵਾਕਾਂ ਨੂੰ ਮੇਰੇ ਨਾਲ ਲਿਖਦੇ ਜਾਣਾ ਹੈ। ਤੇ ਸਾਡਾ ਅਗਲਾ ਸ਼ਬਦ ਹੈ ਤਰੱਕੀ। ਤਰੱਕੀ ਜਿਸ ਦਾ ਭਾਵ ਹੈ ਉન્નਤੀ ਜਾਂ ਵਿਕਾਸ। ਜਦੋਂ ਕੋਈ ਸੰਸਥਾ ਜਾਂ ਵਿਅਕਤੀ ਆਪਣੀ ਮੌਜੂਦਾ ਸਥਿਤੀ ਵਿੱਚ ਸੁਧਾਰ ਕਰਦਾ ਹੈ ਤਾਂ ਇਸ ਨੂੰ ਤਰੱਕੀ ਕਿਹਾ ਜਾਂਦਾ ਹੈ। ਤੇ ਪਾਠ ਸ਼ਹੀਦ ਊਧਮ ਸਿੰਘ ਵਿੱਚ ਵੀ ਇਹ ਵਾਕ ਆਇਆ ਹੈ, ਉਹਨਾਂ ਦਿਨਾਂ ਵਿੱਚ ਅੰਮ੍ਰਿਤਸਰ ਸ਼ਹਿਰ ਉਦਯੋਗਿਕ, ਵਪਾਰਕ ਅਤੇ ਵਿਦਿਆ ਦੇ ਖੇਤਰਾਂ ਵਿੱਚ ਬਹੁਤ ਤਰੱਕੀ ਕਰ ਰਿਹਾ ਸੀ। ਤੇ ਹੁਣ ਅਸੀਂ ਇਸ ਦੇ ਹੋਰ ਵਾਕ ਬਣਾਉਂਦੇ ਹਾਂ। ਪਿਛਲੇ ਦਹਾਕੇ ਵਿੱਚ ਸਾਡੇ ਦੇਸ਼ ਨੇ ਹਰ ਖੇਤਰ ਵਿੱਚ ਬਹੁਤ ਤਰੱਕੀ ਕੀਤੀ ਹੈ। ਤੇ ਇੱਕ ਹੋਰ ਵਾਕ ਬਣਾਉਂਦੇ ਹਾਂ ਤਾਂ ਜੋ ਸਾਨੂੰ ਇਸ ਦਾ ਅਰਥ ਚੰਗੀ ਤਰ੍ਹਾਂ ਪਤਾ ਲੱਗ ਜਾਵੇ।
ਮਿਹਨਤ ਅਤੇ ਲਗਨ ਨਾਲ ਕੰਮ ਕਰਕੇ ਹੀ ਅਸੀਂ ਤਰੱਕੀ ਕਰ ਸਕਦੇ ਹਾਂ। ਸਾਡਾ ਅਗਲਾ ਸ਼ਬਦ ਹੈ ਕਤਲੇਆਮ। ਕਤਲੇਆਮ ਜਿਸ ਦਾ ਭਾਵ ਹੈ ਬਹੁਤ ਜ਼ਿਆਦਾ ਕਤਲ ਹੋਣੇ ਜਾਂ ਬੇਕਸੂਰ ਲੋਕਾਂ ਦਾ ਮਾਰਿਆ ਜਾਣਾ। ਜਦੋਂ ਕੋਈ ਜੰਗ ਲੱਗਦੀ ਹੈ ਜਾਂ ਕੋਈ ਹਮਲਾਵਰ ਹਮਲਾ ਕਰਦਾ ਹੈ ਤਾਂ ਬਹੁਤ ਸਾਰੇ ਲੋਕਾਂ ਦਾ ਕਤਲ ਹੋ ਜਾਂਦਾ ਹੈ, ਜਿਸ ਨੂੰ ਕਤਲੇਆਮ ਕਿਹਾ ਜਾਂਦਾ ਹੈ। ਤੇ ਚਲੋ ਹੁਣ ਇਸ ਦਾ ਵਾਕ ਬਣਾਈਏ। ਜਲਿਆਂਵਾਲਾ ਬਾਗ ਦੇ ਕਤਲੇਆਮ ਨਾਲ ਸਾਰਾ ਦੇਸ਼ ਬਹੁਤ ਦੁਖੀ ਹੋਇਆ। ਤੇ ਇੱਕ ਹੋਰ ਵਾਕ ਬਣਾਉਂਦੇ ਹਾਂ। ਮੁਗਲਾਂ ਨੇ ਪੰਜਾਬ ਤੇ ਹਮਲੇ ਦੌਰਾਨ ਬਹੁਤ ਕਤਲੇਆਮ ਕੀਤਾ। ਅਗਲਾ ਸ਼ਬਦ ਹੈ ਪ੍ਰਭਾਵਿਤ ਹੋਣਾ ਜਾਂ ਪ੍ਰਭਾਵ ਕਬੂਲ ਲੈਣਾ, ਜਾਂ ਕਿਸੇ ਦੀ ਗੱਲ ਨੂੰ ਆਪਣੇ ਮਨ ਵਿੱਚ ਬਿਠਾ ਲੈਣਾ। ਤੇ ਚਲੋ ਇਸ ਦਾ ਵਾਕ ਬਣਾਉਂਦੇ ਹਾਂ। ਸੰਦੀਪ ਦੀ ਸੁੰਦਰ ਲਿਖਾਈ ਦੇਖ ਕੇ ਉਸ ਦੇ ਅਧਿਆਪਕ ਬਹੁਤ ਪ੍ਰਭਾਵਿਤ ਹੋਏ। ਤੇ ਚਲੋ ਇੱਕ ਹੋਰ ਵਾਕ ਬਣਾਈਏ। ਚੰਗੀਆਂ ਆਦਤਾਂ ਵਾਲੇ ਲੋਕਾਂ ਤੋਂ ਅਸੀਂ ਜਲਦੀ ਹੀ ਪ੍ਰਭਾਵਿਤ ਹੋ ਜਾਂਦੇ ਹਾਂ। ਤੇ ਬੱਚਿਓ, ਅੱਜ ਦੀ ਆਨਲਾਈਨ ਕਲਾਸ ਵਿੱਚ ਤੁਸੀਂ ਸ਼ਬਦਾਂ ਤੋਂ ਵਾਕ ਬਣਾਉਣ ਦਾ ਅਭਿਆਸ ਕੀਤਾ ਹੈ। ਹੁਣ ਅਸੀਂ ਘਰ ਦੇ ਕੰਮ ਦੀ ਗੱਲ ਕਰਦੇ ਹਾਂ। ਤੁਸੀਂ ਹੇਠ ਲਿਖੇ ਸ਼ਬਦਾਂ ਦੇ ਵਾਕ ਬਣਾਉਣੇ ਹਨ ਅਤੇ ਆਪਣੇ ਅਧਿਆਪਕ ਸਹਿਬਾਨ ਨੂੰ ਦਿਖਾਉਣੇ ਹਨ। ਸ਼ਬਦ ਹਨ ਸੁਨਹਿਰੀ ਮੌਕਾ, ਜਿਸ ਦਾ ਅਰਥ ਹੈ ਢੁਕਵਾਂ ਸਮਾਂ। ਦੂਸਰਾ ਸ਼ਬਦ ਹੈ ਸਹਿਮ ਜਾਂ ਡਰ। ਜਿਵੇਂ ਅਗਲਾ ਸ਼ਬਦ ਹੈ ਦਲੇਰੀ, ਜਿਸ ਦਾ ਅਰਥ ਹੈ ਹਿੰਮਤ ਜਾਂ ਬਹਾਦਰੀ। ਉਦਯੋਗਿਕ, ਜਿੱਥੇ ਵੱਖ-ਵੱਖ ਵਸਤਾਂ ਦੇ ਕਾਰਖਾਨੇ ਹੋਣ। ਯਤੀਮਖਾਨਾ, ਜਿੱਥੇ ਉਹ ਬੱਚੇ ਰਹਿੰਦੇ ਹਨ ਜਿਨ੍ਹਾਂ ਦੇ ਮਾਂ-ਬਾਪ ਨਹੀਂ ਹੁੰਦੇ। ਧੰਨਵਾਦ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਆਪਾਂ ਕਰਾਂਗੇ ਨਿਕਟੀਕਰਨ। ਕੱਲ ਆਪਾਂ ਨੇੜਲੀ ਦਹਾਈ ਵਿੱਚ ਨਿਕਟੀਕਰਨ ਕੀਤਾ ਸੀ ਤੇ ਨੇੜਲੇ ਸੈਂਕੜੇ ਵਿੱਚ। ਅੱਜ ਆਪਾਂ ਕਰਾਂਗੇ ਨੇੜਲੇ ਹਜ਼ਾਰ ਵਿੱਚ ਨਿਕਟੀਕਰਨ ਅਤੇ ਨੇੜਲੇ 10,000 ਵਿੱਚ ਨਿਕਟੀਕਰਨ। ਬੱਚਿਓ, ਹੁਣ ਅਸੀਂ ਨੇੜਲੇ ਹਜ਼ਾਰ ਵਿੱਚ ਨਿਕਟੀਕਰਨ ਕਰਾਂਗੇ। ਸੰਖਿਆ ਹੈ ਸਾਡੇ ਕੋਲ 50,460। ਜਦੋਂ ਅਸੀਂ ਹਜ਼ਾਰ ਦੇ ਵਿੱਚ ਨਿਕਟੀਕਰਨ ਕਰਨਾ ਹੈ ਤਾਂ ਅਸੀਂ ਸੈਂਕੜੇ ਦੇ ਸਥਾਨ ਨੂੰ ਦੇਖਾਂਗੇ। ਸੈਂਕੜੇ ਦੇ ਸਥਾਨ ਤੇ ਜੇਕਰ ਸਾਡੇ ਕੋਲ 4, 3, 2, 1 ਆਉਂਦਾ ਹੈ ਤਾਂ ਹਜ਼ਾਰ ਸਥਾਨ ਦੇ ਅੰਕ ਵਿੱਚ ਕੋਈ ਵੀ ਬਦਲਾਵ ਨਹੀਂ ਹੋਏਗਾ। ਜੇਕਰ ਸੈਂਕੜੇ ਦੇ ਸਥਾਨ ਤੇ ਸਾਡੇ ਕੋਲ 5, 6, 7, 8, 9 ਆਉਂਦਾ ਹੈ ਤਾਂ ਹਜ਼ਾਰ ਸਥਾਨ ਦੇ ਅੰਕ ਵਿੱਚ ਇੱਕ ਵੱਧ ਜਾਏਗਾ। ਸਾਡੇ ਕੋਲ ਸੰਖਿਆ ਹੈ 50,460। ਤਾਂ ਇਸ ਦੇ ਵਿੱਚ ਸੈਂਕੜੇ ਦੇ ਸਥਾਨ ਤੇ ਸਾਡੇ ਕੋਲ ਅੰਕ ਹੈ 4, ਜੋ ਕਿ ਇਸ ਜਗ੍ਹਾ ਤੇ ਹੈ। ਤਾਂ ਦੇਖੋ ਬੱਚਿਓ, ਬਾਕੀ ਸਥਾਨ ਤੇ ਸੈਂਕੜੇ ਦੇ ਸਥਾਨ ਤੇ ਦਹਾਈ ਦੇ ਸਥਾਨ ਤੇ ਇਕਾਈ ਦੇ ਸਥਾਨ ਤੇ ਸਾਡੇ ਕੋਲ 0 ਆਵੇਗੀ। ਤੇ ਹੁਣ ਸਾਡੇ ਕੋਲ ਸੈਂਕੜੇ ਦੇ ਸਥਾਨ ਤੇ ਹੈ 4, ਤਾਂ 4 ਇਸ ਜਗ੍ਹਾ ਤੇ ਹੈ। ਜਦੋਂ 4 ਆ ਜਾਂਦਾ ਹੈ ਤਾਂ ਹਜ਼ਾਰ ਸਥਾਨ ਦੇ ਅੰਕ ਵਿੱਚ ਕੋਈ ਵੀ ਬਦਲਾਵ ਨਹੀਂ ਹੋਏਗਾ। 0 ਇੱਥੇ ਹੈ ਤਾਂ 0 ਉਸੇ ਤਰ੍ਹਾਂ ਹੀ ਆਏਗੀ। ਇਸ ਤਰ੍ਹਾਂ 50,460 ਨੇੜਲੇ ਹਜ਼ਾਰ ਵਿੱਚ ਨਿਕਟੀਕਰਨ 50,000 ਹੋਵੇਗਾ। ਤੇ ਇਸ ਨੂੰ ਬੱਚਿਓ ਅਸੀਂ ਆਸਾਨ ਤਰੀਕੇ ਨਾਲ ਵੀ ਕਰ ਸਕਦੇ ਹਾਂ। ਜੇਕਰ ਨਿਕਟੀਕਰਨ ਹਜ਼ਾਰ ਕਰਨਾ, ਪਿੱਛੇ 0 ਲਗਾਓ, 5 ਤਾਂ 9 ਸੈਂਕੜੇ ਦੇ ਲਈ ਹਜ਼ਾਰ ਦੇ ਵਿੱਚ 1 ਵਧਾਓ। ਇਸ ਜਗ੍ਹਾ ਤੇ 4 ਹੈ, 5 ਤੋਂ 9 ਦੇ ਵਿੱਚ ਸੈਂਕੜਾ ਨਹੀਂ ਹੈ, ਇਸ ਕਰਕੇ ਇੱਥੇ 0 ਉਹੀ ਅੰਕ ਰਹੇਗਾ। ਬੱਚਿਓ, ਅਭਿਆਸ 1.4 ਦਾ ਤੀਸਰਾ ਸਵਾਲ, ਹੇਠ ਲਿਖੀਆਂ ਸੰਖਿਆਵਾਂ ਨੂੰ ਨੇੜਲੇ ਹਜ਼ਾਰ ਵਿੱਚ ਨਿਕਟੀਕਰਨ ਕਰੋ। ਕਾਪੀ ਤੇ ਤੁਸੀਂ ਇਸ ਤਰ੍ਹਾਂ ਹੱਲ ਕਰਨਾ ਹੈ। F ਸਵਾਲ ਲਿਖਣਾ ਹੈ 50,460
ਤੇ ਉਸ ਦਾ ਉੱਤਰ ਇਸ ਤਰ੍ਹਾਂ ਲਿਖਣਾ ਹੈ ਕਾਪੀਆਂ ਤੇ। ਹੁਣ ਬੱਚਿਓ ਅਸੀਂ ਕਰਾਂਗੇ ਨੇੜਲੇ 10,000 ਵਿੱਚ ਨਿਕਟੀਕਰਨ। ਸੰਖਿਆ ਹੈ ਸਾਡੇ ਕੋਲ 27,900। ਜਦੋਂ ਬੱਚਿਓ ਅਸੀਂ ਨੇੜਲੇ 10,000 ਵਿੱਚ ਨਿਕਟੀਕਰਨ ਕਰਨਾ ਹੈ ਤਾਂ ਅਸੀਂ 1000 ਦੇ ਸਥਾਨ ਨੂੰ ਦੇਖਾਂਗੇ। ਜੇਕਰ 1000 ਦੇ ਸਥਾਨ ਤੇ 4, 3, 2, 1 ਹੁੰਦਾ ਹੈ ਤਾਂ 10,000 ਸਥਾਨ ਦੇ ਅੰਕ ਵਿੱਚ ਕੋਈ ਬਦਲਾਵ ਨਹੀਂ ਹੋਏਗਾ। ਤੇ ਜੇਕਰ 1000 ਦੇ ਸਥਾਨ ਤੇ 5, 6, 7, 8, 9 ਆਉਂਦਾ ਹੈ ਤਾਂ 10,000 ਸਥਾਨ ਦੇ ਅੰਕ ਵਿੱਚ ਇੱਕ ਵੱਧ ਜਾਏਗਾ। ਸਾਡੇ ਕੋਲ ਸੰਖਿਆ ਹੈ 27,900। ਤਾਂ ਦੇਖੋ ਬੱਚਿਓ ਇਸ ਦੇ ਵਿੱਚ 1000 ਦੇ ਸਥਾਨ ਤੇ ਅੰਕ ਹੈ 7, ਜੋ ਕਿ ਸੰਖਿਆ ਪੱਟੀ ਤੇ ਦੇਖੀਏ ਤਾਂ ਸਾਡੇ ਕੋਲ 7 ਇਸ ਜਗ੍ਹਾ ਤੇ ਹੈ। ਤੇ ਬਾਕੀ ਦੇ ਜਿੰਨੇ ਵੀ ਸਾਡੇ ਕੋਲ ਅੰਕ ਨੇ ਸੈਂਕੜੇ ਦੇ ਸਥਾਨ ਤੇ, 1000 ਦੇ ਸਥਾਨ ਤੇ, ਸੈਂਕੜੇ ਦੇ ਸਥਾਨ ਤੇ, ਦਹਾਈ ਦੇ ਸਥਾਨ ਤੇ ਇਕਾਈ ਦੇ ਸਥਾਨ ਤੇ 0 ਆਏਗੀ। ਸਾਡੇ ਕੋਲ 7 ਹੈ 1000 ਦੇ ਸਥਾਨ ਤੇ। ਤਾਂ ਦੇਖੋ ਜਦੋਂ 7 ਆਉਂਦਾ ਹੈ ਤਾਂ 10,000 ਦੇ ਸਥਾਨ ਦੇ ਅੰਕ ਵਿੱਚ ਇੱਕ ਵੱਧ ਜਾਏਗਾ। ਸਾਡੇ ਕੋਲ ਇੱਥੇ ਅੰਕ ਹੈ 2, ਤਾਂ 2 ਦੇ ਵਿੱਚ ਇੱਕ ਵੱਧ ਜਾਏਗਾ ਤੇ ਅੰਕ ਆਏਗਾ 3। ਇਸ ਤਰ੍ਹਾਂ ਸਾਡੇ ਕੋਲ ਜਦੋਂ 27,900 ਸੰਖਿਆ ਹੈ ਨੇੜਲੇ 10,000 ਵਿੱਚ ਨਿਕਟੀਕਰਨ ਕਰਦੇ ਹਾਂ ਤਾਂ ਸਾਡਾ ਉੱਤਰ 30,000 ਆਵੇਗਾ। ਬੱਚਿਓ ਇਸ ਨੂੰ ਅਸੀਂ ਇੱਕ ਆਸਾਨ ਤਰੀਕੇ ਨਾਲ ਵੀ ਕਰ ਸਕਦੇ ਹਾਂ। ਜੇਕਰ ਨਿਕਟੀਕਰਨ 10,000 ਕਰਨਾ, ਪਿੱਛੇ 0 4 ਲਗਾਓ, 5 ਤੋਂ 9,000 ਦੇ ਲਈ 10,000 ਦੇ ਵਿੱਚ 1 ਵਧਾਓ ਤੇ ਆਨਸਰ ਸਾਡਾ ਹੋ ਜਾਏਗਾ 30,000। ਬੱਚਿਓ ਅਭਿਆਸ 1.4 ਦਾ ਚੌਥਾ ਸਵਾਲ ਤੁਸੀਂ ਕਾਪੀਆਂ ਤੇ ਇਸ ਤਰ੍ਹਾਂ ਲਿਖਣਾ ਹੈ। ਹੇਠ ਲਿਖੀਆਂ ਸੰਖਿਆਵਾਂ ਨੂੰ ਨੇੜਲੇ 10,000 ਵਿੱਚ ਨਿਕਟੀਕਰਨ ਕਰੋ। ਇਹ ਸਵਾਲ 27,900। ਇਸ ਦਾ ਹੱਲ ਤੁਸੀਂ ਕਾਪੀਆਂ ਤੇ ਇਸ ਤਰ੍ਹਾਂ ਕਰਨਾ ਹੈ। ਬੱਚਿਓ ਅਭਿਆਸ 1.4 ਦਾ ਤੀਸਰਾ ਸਵਾਲ, ਹੇਠ ਲਿਖੀਆਂ ਸੰਖਿਆਵਾਂ ਨੂੰ ਨੇੜਲੇ 1000 ਵਿੱਚ ਨਿਕਟੀਕਰਨ ਕਰੋ। ਇਸ ਦੇ ਸਾਰੇ ਭਾਗਾਂ ਨੂੰ। ਤੇ ਚੌਥਾ ਸਵਾਲ, ਹੇਠ ਲਿਖੀਆਂ ਸੰਖਿਆਵਾਂ ਨੂੰ ਨੇੜਲੇ 10,000 ਵਿੱਚ ਨਿਕਟੀਕਰਨ ਕਰੋ। ਇਸ ਦੇ ਸਾਰੇ ਭਾਗਾਂ ਨੂੰ ਤੁਸੀਂ ਆਪ ਆਪਣੀ ਕਾਪੀ ਤੇ ਹੱਲ ਕਰਨਾ ਹੈ। ਧੰਨਵਾਦ। Hello dear kids of class 5. Today my topic is from lesson number 1, The Elves and the Shoemaker. Today we are going to do multiple choice questions. Let's start. Question number 1 is, which is not an action word? Let's see the options. In the first option, a boy is dancing. Dancing is an action word. Next, a boy is helping an old lady. Helping is also an action word here. Next, evening. Evening is a time period between afternoon and the night. So, evening is not an action word. So we are going to put tick on evening. Next option, a boy is wearing a trousers. Wearing is an action word. Moving on next, question number 2, find the odd one. Let's see the options. First option, leather. Shoemaker uses to make the shoes. Next option, shoes. Third is laces, also a part of shoes. Fourth option, hammer. It's a tool, not a part of shoes. So, which one is the odd one out? Yes, hammer is the odd one. Next question. Choose plural of woman. Options are option A, women's, B, women's, C, woman, or D, woman. Which one is the correct one? You're right again. Option C is the correct one. Question number 4. Read the given sentences and choose the correct picture.
Let's read the sentences. It is a huge animal. Its ears are too big. It has short tail. Now, let's see the options. In the first option, camel. Camel is a huge animal, but its ears are not too big. So here, camel cannot be related to the sentences. Moving on next. Next is dog. It is a huge animal. No, dog is not a huge animal. Moving on further. Option 3 is an elephant. Elephant is a huge animal. Its ears are too big and it has also a short tail. So here we found the correct picture. So we are going to put tick on an elephant. And the last option is cat. Next question. Choose the incorrect one. Let's see the options. First is plural of match, matches. City, cities. Plural of lady, ladies. Plural of monkey. Is it M-O-N-K-I-E-S? No. Plural of monkey is M-O-N-K-E-Y-S. So, in these 4 options, last option is the incorrect one. We are going to put tick on the monkeys. So kids, it's time for homework now. Your homework is you have to write the plural of following words. And the words are: first word, carrot. Second, box. Third, story. Fourth is man. Keep on learning. Thank you. ਅੱਜ ਆਪਾਂ ਪਸੰਦ ਆਪੋ ਆਪਣੀ ਵਿੱਚ ਵਿਲੱਖਣ ਯੋਗਤਾ ਵਾਲੇ ਵਿਅਕਤੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਪਿਆਰੇ ਬੱਚਿਓ, ਜਿਵੇਂ ਕਿ ਹਰ ਇੱਕ ਬੱਚੇ ਨੂੰ ਸਕੂਲ ਵਿੱਚ ਕੋਈ ਨਾ ਕੋਈ ਅਧਿਆਪਕ ਪਸੰਦ ਹੁੰਦਾ ਹੈ, ਉਸੇ ਤਰ੍ਹਾਂ ਹੀ ਮੈਂ ਵੀ ਇੱਕ ਅਧਿਆਪਕ ਵਿਦਿਆਰਥੀ ਦੇ ਰਿਸ਼ਤੇ ਨੂੰ ਦਿਖਾਉਣ ਲੱਗੀ ਹਾਂ। ਇਹ ਰਿਸ਼ਤਾ ਹੈ ਹੈਲਨ ਕੈਲਰ ਤੇ ਉਸ ਦੀ ਯੋਗ ਅਧਿਆਪਕਾ ਐਨੀ ਸੁਲੀਵਾਨ ਦਾ। ਹੈਲਨ ਕੈਲਰ ਇੱਕ ਵਿਲੱਖਣ ਪ੍ਰਤਿਭਾ ਵਾਲੀ ਲੜਕੀ ਸੀ। ਉਹ ਨਾ ਤਾਂ ਦੇਖ ਸਕਦੀ ਸੀ ਅਤੇ ਨਾ ਹੀ ਸੁਣ ਸਕਦੀ ਸੀ, ਪਰ ਫਿਰ ਵੀ ਇਸਨੇ ਬਹੁਤ ਵਧੀਆ ਪੜ੍ਹਾਈ ਕੀਤੀ ਕਿਉਂਕਿ ਇਸ ਦੀ ਅਧਿਆਪਕਾ ਬਹੁਤ ਹੀ ਯੋਗ ਤੇ ਤਜਰਬੇਕਾਰ ਸੀ। ਜਦੋਂ ਹੈਲਨ ਕੈਲਰ 1.5 ਸਾਲ ਦੀ ਸੀ ਤਾਂ ਇੱਕ ਬਿਮਾਰੀ ਕਾਰਨ ਉਸ ਦੀਆਂ ਦੋਵੇਂ ਹੀ ਸ਼ਕਤੀਆਂ ਖਤਮ ਹੋ ਗਈਆਂ। ਇਸ ਕਰਕੇ ਯੋਗ ਅਧਿਆਪਕਾ ਐਨੀ ਸੁਲੀਵਾਨ ਉਸ ਦੀ ਸਿੱਖਿਆ ਲਈ ਰੱਖ ਦਿੱਤੀ ਗਈ। ਹੁਣ ਸ਼ਬਦਾਂ ਨੂੰ ਨਾ ਤਾਂ ਬੋਲ ਕੇ ਦੱਸਿਆ ਜਾ ਸਕਦਾ ਸੀ ਤੇ ਨਾ ਹੀ ਦਿਖਾ ਕੇ ਸਮਝਾਇਆ ਜਾ ਸਕਦਾ ਸੀ। ਸੋ ਉਸ ਦੇ ਮਨ ਵਿੱਚ ਇੱਕ ਦਿਨ ਕੀ ਵਿਚਾਰ ਆਇਆ ਬੇਟੇ? ਦੇਖੋ, ਇਹ ਘਰ ਤੁਸੀਂ ਦੇਖ ਰਹੇ ਹੋ। ਹੈਲਨ ਕੈਲਰ ਦੇ ਮਾਤਾ ਪਿਤਾ ਨੂੰ ਅਧਿਆਪਕਾਂ ਨੇ ਬੇਨਤੀ ਕੀਤੀ ਕਿ ਉਹ ਆਪਣੀ ਬੱਚੀ ਪ੍ਰਤੀ ਇੱਕ ਤਾਂ ਤਰਸ ਦੀ ਭਾਵਨਾ ਛੱਡ ਦੇਣ ਤੇ ਦੂਸਰਾ ਉਸ ਨੂੰ ਖੁਦ ਉਸ ਦੇ ਕੰਮ ਕਰਨ ਦੇਣ, ਅਤੇ ਜੇਕਰ ਉਹ ਆਪਣੀ ਬੱਚੀ ਨੂੰ ਕੁਝ ਬਣਾਉਣਾ ਚਾਹੁੰਦੇ ਹਨ ਤਾਂ ਉਹ ਆਪਣੇ ਤੋਂ ਅਲੱਗ ਕਰ ਦੇਣ। ਸੋ ਹੈਲਨ ਕੈਲਰ ਦੇ ਮਾਤਾ ਪਿਤਾ ਨੇ ਅਧਿਆਪਕਾਂ ਦੀ ਇਹ ਗੱਲ ਮੰਨ ਲਈ ਤੇ ਇਸ ਘਰ ਦੇ ਵਿੱਚ ਉਸ ਨੂੰ ਅਲੱਗ ਕਰ ਦਿੱਤਾ। ਇੱਥੋਂ ਹੀ ਹੈਲਨ ਕੈਲਰ ਦੀ ਪੜ੍ਹਾਈ ਦਾ ਆਰੰਭ ਹੋਇਆ। ਸਭ ਤੋਂ ਪਹਿਲਾਂ ਉਸ ਦੇ ਹੱਥ ਵਿੱਚ ਇੱਕ ਗੁੜੀਆ ਦਿੱਤੀ ਗਈ। ਉਸ ਨੂੰ ਗੁੜੀਆ ਦਾ ਸਪਰਸ਼ ਕਰਵਾਇਆ ਤੇ ਫਿਰ ਉਸ ਦੇ ਹੱਥ ਉੱਪਰ ਕੀ ਲਿਖਿਆ ਗਿਆ? ਡਾਲ। ਸ਼ਾਬਾਸ਼। ਜਦੋਂ ਡਾਲ ਲਿਖਿਆ ਤਾਂ ਉਸ ਨੂੰ ਹੈਲਨ ਕੈਲਰ ਨੂੰ ਇਸ ਦੀ ਸਮਝ ਆ ਗਈ। ਫਿਰ ਅਗਲੇ ਦਿਨ ਪਾਣੀ ਦੇ ਨਲ ਕੋਲ ਲਿਜਾ ਕੇ ਪਾਣੀ ਦਾ ਸਪਰਸ਼ ਕਰਾਇਆ ਤੇ ਉਸ ਦੇ ਹੱਥ ਉੱਪਰ ਕੀ ਲਿਖਿਆ? ਵਾਟਰ। ਹੁਣ ਹੈਲਨ ਕੈਲਰ 2 ਸ਼ਬਦਾਂ ਵਾਟਰ ਤੇ ਡਾਲ ਨੂੰ ਸਮਝ ਚੁੱਕੀ ਸੀ ਤੇ ਉਸ ਤੋਂ ਅਗਲੇ ਦਿਨ ਬੇਟੇ ਜ਼ਮੀਨ ਸ਼ਬਦ ਦਾ ਸਪਰਸ਼ ਕਰਵਾ ਕੇ ਉਸ ਦੇ ਹੱਥ ਉੱਪਰ ਜ਼ਮੀਨ ਸ਼ਬਦ ਲਿਖ ਦਿੱਤਾ ਗਿਆ। ਹੌਲੀ ਹੌਲੀ ਦਿਨ ਪ੍ਰਤੀ ਦਿਨ ਉਸ ਦੇ ਸ਼ਬਦਾਂ ਵਿੱਚ ਵਾਧਾ ਹੁੰਦਾ ਗਿਆ।
ਜਦੋਂ ਹੈਲਨ ਕੈਲਰ ਬਹੁਤ ਛੋਟੀ ਉਮਰ ਦੀ ਸੀ ਤਾਂ ਉਹ ਬਹੁਤ ਹੀ ਜਿੱਦੀ ਤੇ ਅੜੀਅਲ ਸੁਭਾਅ ਦੀ ਸੀ। ਪਰ ਉਸਦੀ ਇਸ ਜਿੱਦ ਨੂੰ, ਉਸਦੇ ਇਸ ਅੜੀਅਲਪਨ ਨੂੰ ਦੂਰ ਕਿਸਨੇ ਕੀਤਾ? ਉਸਦੀ ਅਧਿਆਪਕਾ ਨੇ। ਉਹ ਉਸਨੂੰ ਬਹੁਤ ਹੀ ਪਿਆਰ ਕਰਦੀ ਸੀ ਅਤੇ ਉਸ ਨੂੰ ਹਰ ਰੋਜ਼ ਨਵੇਂ ਤੋਂ ਨਵਾਂ ਤਰੀਕਾ ਸਿੱਖਣ ਦਾ ਸਿਖਾ ਰਹੀ ਸੀ। ਸੋ ਪਿਆਰੇ ਬੱਚਿਓ, ਹੌਲੀ-ਹੌਲੀ ਹੈਲਨ ਕੈਲਰ ਅੱਖਰਾਂ ਨੂੰ, ਫਿਰ ਸ਼ਬਦਾਂ ਨੂੰ ਅਤੇ ਫਿਰ ਕਈ ਭਾਸ਼ਾਵਾਂ ਨੂੰ ਵੀ ਬੋਲਣਾ ਸਿੱਖ ਗਈ ਸੀ। ਉਸਨੇ ਸੰਗੀਤ ਵੀ ਸਿੱਖ ਲਿਆ ਸੀ ਤੇ ਉਹ ਇੰਨੀ ਮਾਹਰ ਹੋ ਗਈ ਸੀ ਕਿ ਉਹ ਬਹੁਤ ਲੇਖ ਵੀ ਲਿਖ ਚੁੱਕੀ ਸੀ। ਹੁਣ ਪਿਆਰੇ ਬੱਚਿਓ, ਸਾਨੂੰ ਉਸਦੇ ਜੀਵਨ ਤੋਂ ਕੀ ਸਿੱਖਿਆ ਮਿਲਦੀ ਹੈ ਕਿ ਸਰੀਰਕ ਅਪੰਗਤਾ ਉન્નਤੀ ਵਿੱਚ ਰੁਕਾਵਟ ਹੈ? ਨਹੀਂ, ਨਿਰਾਸ਼ਾ ਰੁਕਾਵਟ ਹੈ। ਸਰੀਰਕ ਅਪੰਗਤਾ ਉન્નਤੀ ਵਿੱਚ ਰੁਕਾਵਟ ਨਹੀਂ ਹੈ ਬੇਟੇ, ਨਿਰਾਸ਼ਾ ਰੁਕਾਵਟ ਹੈ। ਸੋ ਕਠਿਨਾਈਆਂ ਦੇ ਵਿਚਾਲੇ ਵੀ ਤੁਹਾਨੂੰ ਆਨੰਦ ਪ੍ਰਾਪਤ ਕਰਨਾ ਚਾਹੀਦਾ ਹੈ। ਜੇ ਕਠਿਨਾਈਆਂ ਆਉਣ ਤਾਂ ਤੁਸੀਂ ਘਬਰਾਉਣਾ ਨਹੀਂ। ਸੋ ਮੇਰੇ ਪਿਆਰੇ ਬੱਚਿਓ, ਤੁਸੀਂ ਹੋਮਵਰਕ ਦੇ ਵਿੱਚ ਆਪਣੀ ਕਾਪੀ ਦੇ ਉੱਪਰ ਹੈਲਨ ਕੈਲਰ ਦੇ ਜੀਵਨ ਬਾਰੇ 5-7 ਵਾਕ ਲਿਖਣੇ ਹਨ।